ਮੂਸੇਵਾਲਾ ਸਾਹਿਬ ਨੇ ਮੈਨੂੰ ਇੱਕ ਵੌਇਸ ਮੈਸੇਜ ਭੇਜਿਆ ਸਨੈਪਚੈਟ 'ਚ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਇੱਕ ਸੌਫਟ ਬੋਡੀ ਆਰਮਰ ਬੁਲਟ ਪ੍ਰੂਫ ਵੈਸਟ ਚਾਹੀਦੀ ਆ ਤੇ ਉਹ ਬਹੁਤ ਜ਼ਰੂਰੀ ਆ। ਵੈਸਟ ਦਾ ਕਿਵੇਂ ਕਰੀਏ ਵੀਰੇ? ਉਹ ਕਹਿੰਦੇ ਆਨਲਾਈਨ ਹੀ ਆਰਡਰ ਹੋਊਗੀ। ਮੈਂ ਅਮਰਤ ਨੂੰ ਹੀ ਭੇਜਿਆ ਸੀ, ਉਹ ਕਹਿੰਦਾ ਵੀਰੇ ਆਨਲਾਈਨ ਕਰਨੀ ਪਊ ਆਰਡਰ। ਬਈ ਕੋਈ ਆਪਣਾ ਖਾਸ ਬੰਦਾ ਹੈਗਾ ਜਿਸ ਤੋਂ ਆਪਾਂ ਨੂੰ ਵੈਸਟ ਮਿਲ ਜੇ ਜੀ? ਵੈਸਟ ਬਹੁਤ ਜ਼ਰੂਰੀ ਹੈ ਜੀ। ਵੈਸਟ ਚਾਹੀਦਾ ਤੇ ਉਹ ਚਾਹੀਦਾ ਹੈਗਾ ਸਟੈਮ ਚਾਹੀਦਾ ਹੈਗਾ ਆਪਣੀ 12 ਬੋਰ ਦਾ। ਜੇ ਤੁਹਾਡੇ ਕੋਲੇ ਕੋਈ ਐਕਸਟਰਾ ਪਿਆ ਬਾਈ, ਤੁਸੀਂ ਅਮਰਤ ਬਾਈ ਤੱਕ ਪਹੁੰਚਾ ਸਕਦੇ ਹੋ। ਮੈਨੂੰ ਲੋੜ ਸੀਗੀ ਇੰਡੀਆ ਉਹਦੀ। ਮੈਂ ਉਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਜਿਹੜਾ ਸੌਫਟ ਬੋਡੀ ਆਰਮਰ ਆ ਉਹ ਸਮਾਲ ਕੈਲੀਬਰ, ਜਿਹਨੂੰ ਆਪਾਂ 9mm ਕਹਿ ਦਿੰਦੇ ਆ, 45 ਕਹਿ ਦਿੰਦੇ ਆ, 40 ਸਮਿਥ ਐਂਡ ਵੈਸਨ ਕਹਿ ਦਿੰਦੇ ਆ, 357 ਜਾਂ 32 ਬੋਰ, ਉਹਨੂੰ ਸਟਾਪ ਕਰ ਪਾਏਗਾ। ਉਸ ਤੋਂ ਉੱਪਰਲੀ ਜੇ ਕੋਈ ਥ੍ਰੈਟ ਹੋਏਗੀ ਤਾਂ ਉਹਨਾਂ ਨੂੰ ਸਟੀਲ ਦਾ, ਜਿਹਨੂੰ ਆਪਾਂ ਹਾਰਡ ਬੋਡੀ ਆਰਮਰ ਕਹਿ ਦਿੰਦੇ, ਉਹਦੀ ਜ਼ਰੂਰਤ ਆ। AN-94 ਆ, ਅਗਰ ਅਸੀਂ USD ਦੀ ਗੱਲ ਕਰੀਏ ਤਾਂ ਲਿਮਟਿਡ 10 ਹੋਣਗੀਆਂ। ਜਦ ਮੈਂ ਖਬਰ ਸੁਣੀ ਮੀਡੀਆ ਤੋਂ ਕਿ AN-94 ਫੜੀ ਗਈ ਆ, ਮੇਰਾ ਕੁਐਸਚਨ ਇਹ ਹੈ ਕਿ AK-74 ਤੇ ਜਿਹੜੀ AN-94 ਉਹ ਸੇਮ ਕਾਰਟ੍ਰਿਜ ਫਾਇਰ ਕਰਦੀ ਆ, ਜੋ ਕਿ ਆ 5.45x39। ਮੈਂ ਇਹ ਪੁੱਛਣਾ ਚਾਹਣਾ ਕਿ ਉਹਨਾਂ ਨੂੰ ਇੰਨੀ ਸ਼ੋਰਿਟੀ ਕਿਵੇਂ ਹੋਈ ਕਿ ਇਹ AN-94 ਆ ਤੇ AK-74 ਨਹੀਂ? ਤਾਂ ਮੰਨੇਗਾ ਵੀ 300 400 ਮੀਟਰ ਦੂਰ ਦੀਵਾਰ ਦੇ ਵਿੱਚ ਜਾ ਕੇ ਬੁਲਟ ਵੱਜੇ, ਬੁਲਟ ਦੇ ਉੱਤੇ ਚੜ ਕੇ ਹਮਲਾਵਰ ਨੇ ਗੋਲੀਆਂ ਚਲਾਈਆਂ। ਕੁਝ ਉੱਥੇ ਪਿੱਛੇ ਜਿਹੜੇ ਘਰਾਂ ਦੇ ਵਿੱਚ ਸਟੀਲ ਦੇ ਗੇਟ ਸੀ, ਉਹਨਾਂ ਨੂੰ ਪੀਅਰਸ ਕਰਕੇ ਉਹ ਬੁਲਟ ਚਲਾ ਗਿਆ। ਪਾਕਿਸਤਾਨ ਚ ਅਬੰਡੈਂਸ ਚ ਅਵੇਲੇਬਲ ਨਹੀਂ ਉਹ ਇੰਨੀ। Why would they go to an extent to get an AN-94 to achieve something that can be achieved with the AK-47 or AK-74? ਮੇਰਾ ਸਵਾਲ ਇਹ ਆ। ਸੋ ਇਹ ਮੰਨਿਆ ਜਾ ਰਿਹਾ ਕਿ ਉਹ ਆਰਮਰਡ ਪੀਅਰਸਿੰਗ ਬੁਲਟ ਸੀਗੇ। ਮੈਂ ਇਹ ਕਹਿਣਾ ਹੈ ਕਿ ਅਗਰ ਕੋਈ ਕ੍ਰਿਮੀਨਲ ਸੀਗੇ, ਉਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਸੀ, ਉਹ ਇੰਨੀ ਹਾਈਲੀ ਰੇਅਰ ਗਨ ਕਿਉਂ ਲੈ ਕੇ ਆਉਣਗੇ ਜੋ ਕਿ AK-74 ਨਾਲ ਸੇਮ ਕੰਮ ਹੋ ਸਕਦਾ? ਮੈਂ ਵਿਊਅਰਸ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜੋ ਆਰਮਰ ਪੀਅਰਸਿੰਗ ਆ ਉਹ ਗਨ ਦੇ ਵਿੱਚ ਕੁਝ ਨਹੀਂ ਆ, ਉਹ ਕਾਰਟ੍ਰਿਜ ਹੁੰਦਾ। ਅਗਰ AK-74 ਤੇ AK-94 ਦੇ ਵਿੱਚ ਸੇਮ ਕਾਰਟ੍ਰਿਜ ਪੈਂਦਾ ਹੈ ਤਾਂ ਉਹ AK-74 ਕਿਉਂ ਨਹੀਂ ਹੋ ਸਕਦੀ? ਤੁਹਾਡੇ ਹਿਸਾਬ ਨਾਲ ਕੀ ਹੋਇਆ ਹੈ? ਐਂਡ ਵਾਸ देयर ਐਨ ਅਸੌਲਟ ਰਾਈਫਲ ਇਨਵੋਲਵਡ? ਉਹ ਸਾਊਂਡ ਦੇ ਹਿਸਾਬ ਨਾਲ ਤਾਂ ਇਹੀ ਲੱਗ ਰਿਹਾ ਹੈ ਕਿ ਸੈਮੀ ਆਟੋ ਸਟਾਈਲ ਕੋਈ ਰਾਈਫਲ ਫਾਇਰ ਹੋ ਰਹੀ ਹੈ, ਹੁਣ ਪਤਾ ਨਹੀਂ ਕੀ ਫਾਇਰ ਹੋ ਰਿਹਾ। ਜੇ ਉਹ ਬੁਲਟ ਪ੍ਰੂਫ ਗੱਡੀ 'ਚ ਹੁੰਦੇ ਜਾਂ ਉਹਨਾਂ ਦੇ ਨਾਲ ਕਮਾਂਡੋਜ਼ ਹੁੰਦੇ, ਉਹਨਾਂ ਦੀ ਗੱਡੀ 762/39 ਜਾਂ SLR ਦੇ ਰਾਉਂਡ ਤੱਕ ਬੁਲਟ ਪ੍ਰੂਫ ਹੁੰਦੀ ਤਾਂ ਮੂਸੇਵਾਲਾ ਸਾਹਿਬ ਦੇ ਜਿਹੜੇ ਪਹਿਲੇ 5-10 ਰਾਉਂਡ ਨੇ ਉਹ ਪੈਨੀਟ੍ਰੇਟ ਨਾ ਕਰਦੇ, ਸ਼ਾਇਦ ਉਹਨੇ ਸਮੇਂ 'ਚ ਕਮਾਂਡੋਜ਼ ਉੱਤਰ ਕੇ ਜਵਾਬੀ ਫਾਇਰ ਦਿੰਦੇ। ਦੋਸਤੋ ਸਵਾਗਤ ਹੈ ਇੱਕ ਹੋਰ ਬਹੁਤ ਹੀ ਖਾਸ ਰਿਪੋਰਟ ਲੈ ਕੇ। ਮੈਂ ਰਿਤੇਸ਼ ਲੱਕੀ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਮੈਂ ਇੱਕ ਬਹੁਤ ਹੀ ਖਾਸ ਮਹਿਮਾਨ ਨੂੰ ਤੁਹਾਡੇ ਮੁਖਾਤਿਬ ਕਰਾਵਾਂਗਾ ਜੋ ਕਿ ਬੇਸਿਕਲੀ ਆਰਮਸ ਮੈਨੂਫੈਕਚਰਿੰਗ ਤੇ ਆਰਮਸ ਦੀ ਡੀਲਿੰਗ ਦੇ ਨਾਲ ਡੀਲ ਕਰਦੇ ਨੇ। ਆਪਾਂ ਸਾਰੇ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਵਕਤ ਗਨ ਕਲਚਰ ਦੀ ਗੱਲਬਾਤ ਹੋ ਰਹੀ ਹੈ ਤੇ ਸਿੱਧੂ ਮੂਸੇਵਾਲਾ ਉਹਨਾਂ ਦੇ ਉਹ ਜਿਹੜਾ ਹੱਤਿਆਕਾਂਡ ਹੋਇਆ ਹੈ ਉਸ ਤੋਂ ਬਾਅਦ ਇਹ ਚਰਚਾ ਬਹੁਤ ਵਧੀ ਹੋਈ ਹੈ। ਉਸ ਤੋਂ ਪਹਿਲਾਂ ਵੀ ਰਾਦਰ ਸਿੱਧੂ ਮੂਸੇਵਾਲਾ ਆਪਣੇ ਹਥਿਆਰਾਂ ਦੇ ਜਾਂ ਗਨਸ ਦੇ ਜਿਹੜਾ ਉਹਨਾਂ ਦੀ ਮੁਹੱਬਤ ਕਹਿ ਲਈਏ ਜਾਂ ਉਸਦੀ ਜਿਹੜਾ ਚਾਹਤ ਸੀ ਉਹਨਾਂ ਦੀ, ਉਸ ਨੂੰ ਲੈ ਕੇ ਕਾਫੀ ਵਿਵਾਦਾਂ ਵਿੱਚ ਰਹੇ। AK-47 ਉਹਨਾਂ ਨੇ ਆਪਣੀ ਜਿਹੜੀ ਫਾਇਰਿੰਗ ਰੇਂਜ ਸੀ ਪੁਲਿਸ ਦੀ ਉਸ ਉੱਤੇ ਚਲਾਈ, ਉਹਨਾਂ ਦੇ ਖਿਲਾਫ ਇੱਕ ਪਰਚਾ ਹੋਇਆ। ਸੋ ਉਹ ਤਮਾਮ ਵਿਵਾਦਾਂ ਦੇ ਵਿੱਚ ਜਿਹੜੇ ਸਿੱਧੂ ਮੂਸੇਵਾਲਾ ਰਹੇ, ਚਾਹੇ ਆਪਣੀ ਗਾਇਕੀ ਦੇ ਦਾਇਰੇ ਦੇ ਵਿੱਚ ਉਸ ਤੋਂ ਬਾਹਰ, ਉਹ ਹਥਿਆਰਾਂ ਨੂੰ ਲੈ ਕੇ ਰਹੇ। ਸੋ ਅੱਜ ਮੇਰੇ ਨਾਲ ਜਿਹੜੇ ਖਾਸ ਮਹਿਮਾਨ ਇਸ ਵਿਸ਼ੇਸ਼ ਵੀਡੀਓ ਕਾਨਫਰੰਸ ਦੇ ਵਿੱਚ ਜੁੜ ਰਹੇ ਨੇ, ਉਹਨਾਂ ਦਾ ਨਾਮ ਹੈ ਸ਼੍ਰੀ ਵਿਕਰਮ ਮਾਨ ਸਾਹਿਬ, ਜੋ ਕਿ ਮੇਰੇ ਨਾਲ ਵਾਸ਼ਿੰਗਟਨ ਸਿਆਟਲ ਤੋਂ ਜੁੜ ਰਹੇ ਨੇ। ਤੁਹਾਨੂੰ ਯਾਦ ਹੋਏਗਾ ਮੈਂ ਆਪਣੀ ਇੱਕ ਰਿਪੋਰਟ ਜਿਹੜੀ ਸਿੱਧੂ ਮੂਸੇਵਾਲਾ ਹੋਣਾ ਉੱਤੇ ਬਣਾਈ ਸੀ, ਉਸ ਵਿੱਚ ਮੈਂ ਕਲਿੱਪ ਸ਼ੇਅਰ ਕੀਤੀ ਸੀ ਜਿਸ ਵਿੱਚ ਮੈਂ ਜ਼ਿਕਰ ਕੀਤਾ ਸੀ ਕਿ ਸਿੱਧੂ ਮੂਸੇਵਾਲਾ ਇੱਕ ਬੁਲਟ ਪ੍ਰੂਫ ਵੈਸਟ ਲਈ ਕੋਸ਼ਿਸ਼ ਕਰ ਰਹੇ ਸਨ ਕਿ ਉਹਨਾਂ ਨੂੰ ਅਮਰੀਕਾ ਤੋਂ ਮਿਲ ਜਾਏ। ਅਮਰੀਕਾ ਦੇ ਵਿੱਚ ਗਨ ਕਲਚਰ ਕਾਫੀ ਲਿਬਰਲ ਗਨ ਕਲਚਰ ਹੈ, ਲਾਇਸੈਂਸ ਜਾਂ ਕਈ ਸਟੇਟਾਂ ਦੇ ਵਿੱਚ ਬਿਨਾਂ ਲਾਇਸੈਂਸ ਤੋਂ ਹਥਿਆਰ ਮਿਲ ਜਾਂਦੇ ਨੇ। ਸੋ ਉਹ ਸਾਰਾ ਦਾ ਸਾਰਾ ਇੱਕ ਵੱਖਰਾ ਦੁਨੀਆ ਹੈ। ਇੱਕ ਹਥਿਆਰਾਂ ਦਾ ਪਿਆਰ ਜਾਂ ਗਨਸ ਦਾ ਪਿਆਰ ਹੋਣ ਦੇ ਕਾਰਨ ਸਿੱਧੂ ਮੂਸੇਵਾਲਾ ਬੇਸ਼ੱਕ ਵਿਵਾਦਾਂ ਵਿੱਚ ਰਹੇ, ਲੇਕਿਨ ਇਸੇ ਪੂਰੇ ਦੇ ਪੂਰੇ ਸਿਲਸਿਲੇ ਦੇ ਦੌਰਾਨ ਉਹਨਾਂ ਦੀ ਜਾਣ ਪਛਾਣ ਜਾਂ ਉਹਨਾਂ ਦੇ ਇੰਟਰੈਕਸ਼ਨਸ ਕਈ ਲੋਕਾਂ ਨਾਲ ਹੁੰਦੀ ਰਹੀ, ਜਿਨ੍ਹਾਂ ਵਿੱਚੋਂ ਇੱਕ ਨੇ ਸਾਡੇ ਵਿਕਰਮ ਸਿੰਘ ਮਾਨ ਸਾਹਿਬ ਸਿਆਟਲ ਤੋਂ ਵਾਸ਼ਿੰਗਟਨ ਸਟੇਟ ਯੂਨਾਈਟਿਡ ਸਟੇਟਸ ਤੋਂ ਮੇਰੇ ਨਾਲ ਜੁੜ ਰਹੇ ਨੇ। ਤੇ ਜਿਹੜੀ ਸਨੈਪਚੈਟ ਦੇ ਉੱਤੇ ਸਿੱਧੂ ਮੂਸੇਵਾਲਾ ਸਾਹਿਬ ਦੇ ਨਾਲ ਇਹਨਾਂ ਦੀ ਗੱਲਬਾਤ ਹੋਈ, ਕੀ ਕੰਸਰਨ ਸਨ, ਇਹਨਾਂ ਦੇ ਨਾਲ ਕੀ ਕੁਝ ਸਾਂਝਾ ਕੀਤਾ, ਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਜਿਹੜਾ ਵੈਪਨ ਇਸ ਹਮਲੇ ਦੇ ਵਿੱਚ ਇਸਤੇਮਾਲ ਹੈ ਉਸ ਤੋਂ ਕੁਝ ਉਸਦੇ ਮੁਤਲਕ ਅਹਿਮ ਜਾਣਕਾਰੀ ਹੈ ਜੋ ਕਿ ਮੈਂ ਇਹਨਾਂ ਤੋਂ ਲੈਣਾ ਚਾਹੁੰਦਾ ਹੈ। ਮੇਰੇ ਵੀ ਮਨ ਦੇ ਵਿੱਚ ਇਸ ਚੀਜ਼ ਦੀ ਜਿਗਿਆਸਾ ਹੈ। ਸੋ ਅੱਜ ਆਪਾਂ ਤੁਹਾਡੇ ਨਾਲ ਰੂਬਰੂ ਕਰਾ ਰਹੇ ਹਾਂ ਵਿਕਰਮ ਮਾਨ ਸਾਹਿਬ ਦੇ ਨਾਲ। ਬਹੁਤ ਬਹੁਤ ਸਵਾਗਤ ਹੈ ਵਿਕਰਮ ਜੀ ਸਾਡੇ ਨਾਲ।
ਥੈਂਕ ਯੂ ਰਿਤੇਸ਼ ਜੀ। ਪਹਿਲਾਂ ਤਾਂ ਮੈਂ ਤੁਹਾਡਾ ਤੇ ਤੁਹਾਡੇ ਵਿਊਅਰਸ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਸੀਂ ਮੈਨੂੰ ਇਸ ਪਲੇਟਫਾਰਮ ਤੇ ਆਉਣ ਦਾ ਮੌਕਾ ਦਿੱਤਾ। ਬਾਕੀ ਮੈਂ ਤੁਹਾਨੂੰ ਇੱਕ ਬੈਕਗ੍ਰਾਉਂਡ ਦੱਸ ਦੇਣਾ ਚਾਹੁੰਦਾ ਕਿ ਮੂਸੇਵਾਲਾ ਸਾਹਿਬ ਨਾਲ ਮੇਰੀ ਕਦੇ-ਕਦੇ ਗੱਲ ਹੁੰਦੀ ਸੀਗੀ। ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਮੇਰੀ 10 ਤੋਂ 15 ਵਾਰ ਗੱਲ ਹੋਏਗੀ। ਪਿਛਲੇ ਸਾਲ ਮੂਸੇਵਾਲਾ ਸਾਹਿਬ ਨੇ ਮੈਨੂੰ ਇੱਕ ਵੌਇਸ ਮੈਸੇਜ ਭੇਜਿਆ ਸਨੈਪਚੈਟ 'ਚ, ਜਿੱਥੇ ਉਹਨਾਂ ਨੇ ਜ਼ਿਕਰ ਕੀਤਾ ਕਿ ਉਹਨਾਂ ਨੂੰ ਇੱਕ ਸੌਫਟ ਬੋਡੀ ਆਰਮਰ ਬੁਲੇਟ ਪ੍ਰੂਫ ਵੈਸਟ ਚਾਹੀਦੀ ਆ ਤੇ ਉਹ ਬਹੁਤ ਜ਼ਰੂਰੀ ਆ। ਵੀਰੇ ਸਤਿ ਸ਼੍ਰੀ ਅਕਾਲ ਜੀ। ਮੈਨੂੰ ਤੁਸੀਂ ਉਹ ਦੱਸਿਓ ਵੀਰੇ, ਉਹ ਤੁਸੀਂ ਮਾੜਾ ਜਿਹਾ ਦੱਸਿਓ ਵੀਰੇ ਉਹ ਵੈਸਟ ਦਾ ਕਿਵੇਂ ਕਰੀਏ ਵੀਰੇ। ਉਹ ਕਹਿੰਦੇ ਆਨਲਾਈਨ ਹੀ ਆਰਡਰ ਹੋਊਗੀ। ਮੈਂ ਅਮਰਤ ਨੂੰ ਹੀ ਭੇਜਿਆ ਸੀ, ਉਹ ਕਹਿੰਦਾ ਵੀਰੇ ਆਨਲਾਈਨ ਕਰਨੀ ਪਊ ਆਰਡਰ। ਬਈ ਕੋਈ ਆਪਣਾ ਖਾਸ ਬੰਦਾ ਹੈਗਾ ਜਿਹਦੇ ਤੋਂ ਆਪਾਂ ਨੂੰ ਵੈਸਟ ਮਿਲ ਜੇ ਜੀ। ਵੈਸਟ ਬਹੁਤ ਜ਼ਰੂਰੀ ਹੈ ਜੀ। ਵੈਸਟ ਚਾਹੀਦਾ ਤੇ ਉਹ ਚਾਹੀਦਾ ਹੈਗਾ ਸਟੈਮ ਚਾਹੀਦਾ ਹੈਗਾ ਆਪਣੀ 12 ਬੋਰ ਦਾ। ਜੇ ਤੁਹਾਡੇ ਕੋਲੇ ਕੋਈ ਐਕਸਟਰਾ ਪਿਆ ਬਾਈ ਤੁਸੀਂ ਅਮਰਤ ਬਾਈ ਤੱਕ ਪਹੁੰਚਾ ਸਕਦੇ ਹੋ। ਮੈਨੂੰ ਲੋੜ ਸੀਗੀ ਇੰਡੀਆ ਉਹਦੀ। ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਫੋਨ ਤੇ ਜਦ ਗੱਲ ਹੋਈ ਤਾਂ ਉਹਨਾਂ ਨੇ ਬਾਰ-ਬਾਰ ਇਸ ਗੱਲ ਦੀ ਚਿੰਤਾ ਜਤਾਈ ਕਿ ਇਹ ਬਹੁਤ ਜ਼ਰੂਰੀ ਹੈ। ਅਗਰ ਮੈਂ ਉਹਨਾਂ ਲਈ ਅਵੇਲੇਬਲ ਕਰਾ ਸਕਦਾ ਤਾਂ ਬਹੁਤ ਵਧੀਆ ਹੋ ਜਾਏਗਾ। ਵਿਕਰਮ ਜੀ, ਮੈਂ ਇੱਥੇ ਸਮਝਣਾ ਚਾਹਾਂਗਾ, ਤੁਸੀਂ ਕਾਈਂਡਲੀ ਆਪਣੇ ਆਪ ਨੂੰ, ਮੈਂ ਥੋੜੀ ਜੀ ਤੁਹਾਡੀ ਭੂਮਿਕਾ ਬੰਨਣ ਦੀ ਕੋਸ਼ਿਸ਼ ਕੀਤੀ। ਮੈਂ ਜਾਣਨਾ ਚਾਹਾਂਗਾ ਕਿ ਤੁਸੀਂ ਇੱਕ ਆਰਮਸ ਮੈਨੂਫੈਕਚਰਰ ਹੋ, ਆਰਮਸ ਡੀਲਰ ਹੋ, ਆਰਮਸ ਟ੍ਰੇਡਰ ਹੋ ਤੇ ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਤੁਹਾਡੀ ਗੱਲ ਨਾਲ ਗੱਲਬਾਤ ਸੀ, ਕਿਸ ਕੰਟੈਕਸਟ ਦਾ ਸਾਨੂੰ ਸਮਝ ਆ ਗਿਆ। ਲੇਕਿਨ ਤੁਹਾਡਾ ਕੀ ਲੋਕਸ ਸਟੈਂਡਾਈ ਕੀ ਹੈ ਵੀ ਤੁਸੀਂ ਯੂਐਸ ਦੇ ਵਿੱਚ ਕਿਸ ਟ੍ਰੇਡ ਦੇ ਵਿੱਚ ਇਨਵੋਲਵਡ ਹੋ ਤੇ ਉਹ ਲੀਗਲ ਲਾਇਸੈਂਸਡ ਟ੍ਰੇਡ ਹੈ? ਡੈਫੀਨਿਟਲੀ ਜੀ, ਮੈਂ ਸਾਡੇ ਕੋਲ ਇੱਕ ਲਾਇਸੈਂਸ ਆ ਵੈਪਨ ਮੈਨੂਫੈਕਚਰਿੰਗ ਦਾ, ਜਿਹਨੂੰ ਕਹਿੰਦੇ ਸਪੈਸ਼ਲ ਆਕੂਪੇਸ਼ਨਲ ਟੈਕਸਪੇਅਰ। ਅਸੀਂ ਬਕਾਇਦਾ ਜਿਹੜੀ ਯੂਐਸ ਡਿਪਾਰਟਮੈਂਟ ਆਫ ਸਟੇਟ ਆ ਉਹਦੇ ਅੰਡਰ ਰਜਿਸਟਰ ਆ। ਉਰੇ ਦੀ ਜਿਹੜੀ ਗਵਰਨਿੰਗ ਏਜੰਸੀ ਆ ਉਹਦਾ ਨਾਮ ਹੈ ATF ਤੇ ਉਹਦੇ ਤੋਂ ਮੇਰੇ ਕੋਲ ਲਾਇਸੈਂਸ ਹੈ ਦੈਟ ਅਲਾਉਜ਼ ਮੀ ਟੂ ਮੈਨੂਫੈਕਚਰ, ਜੋ ਮੈਨੂੰ ਅਲਾਉ ਕਰਦੀ ਹੈ ਕਿ ਮੈਂ ਗਨਸ, ਪਿਸਟਲਸ, ਰਾਈਫਲਸ, ਮਸ਼ੀਨ ਗਨਸ ਮੈਨੂਫੈਕਚਰ ਕਰ ਸਕਦਾ, ਵੇਚ ਸਕਦਾ, ਲਾਅ ਇਨਫੋਰਸਮੈਂਟ ਨੂੰ ਵੇਚ ਸਕਦਾ। ਅਗਰ ਜ਼ਰੂਰਤ ਪਵੇ ਤਾਂ ਅਸੀਂ ਇੰਪੋਰਟ ਵੀ ਕਰ ਸਕਦੇ ਹਾਂ, ਜਿਵੇਂ ਇਜ਼ਰਾਈਲ ਤੋਂ, ਜਰਮਨੀ ਤੋਂ, ਫਰਾਂਸ ਤੋਂ, ਜਿੱਥੋਂ ਵੀ, ਡਿਪੈਂਡਿੰਗ ਔਨ ਦਾ ਨੀਡ। ਜਿਹੜੀ ਵੀ ਏਜੰਸੀ ਸਭ ਤੋਂ ਡਿਮਾਂਡ ਕਰਦੀ ਆ ਉਸ ਹਿਸਾਬ ਨਾਲ ਵੀ ਕੈਨ ਇੰਪੋਰਟ, ਐਕਸਪੋਰਟ ਔਰ ਮੈਨੂਫੈਕਚਰ। ਵਿਕਰਮ ਜੀ, ਤੁਹਾਡੇ ਨਾਲ ਜਿਹੜੀ ਸਿੱਧੂ ਮੂਸੇਵਾਲਾ ਸਾਹਿਬ ਦੀ ਜਿਹੜੀ ਚਰਚਾ ਹੁੰਦੀ ਸੀ, ਜੋ ਉਹਨਾਂ ਨੇ ਬੁਲੇਟ ਪ੍ਰੂਫ ਜੈਕਟ ਮੰਗੀ ਸੀ, ਕੋਈ ਸਪੈਸ਼ਲ ਜੈਕਟ ਸੀ ਜਿਹੜੀ ਕਿ ਉਪਲਬਧ ਨਹੀਂ ਸੀ, ਭਾਰਤ 'ਚ ਉਪਲਬਧ ਨਹੀਂ ਸੀ, ਆਨਲਾਈਨ ਕੁਝ ਮੰਗਾਉਣ ਦੀ ਗੱਲ ਕਰ ਰਹੇ ਸੀ, ਖਤਰਾ ਸੀ ਉਹਨਾਂ ਨੂੰ, ਇਹ ਚੀਜ਼ਾਂ ਨੂੰ ਤੁਸੀਂ ਕਿਵੇਂ ਐਨਾਲਾਈਜ਼ ਕੀਤਾ? ਦੇਖੋ ਜੀ, ਮੇਰੀ ਮੂਸੇਵਾਲਾ ਸਾਹਿਬ ਨਾਲ ਵਿਸਤਾਰ 'ਚ ਗੱਲਬਾਤ ਹੁੰਦੀ ਸੀ ਹਥਿਆਰਾਂ ਦੀ ਨਾਰਮਲ, ਤਾਂ ਉਹਨਾਂ ਦਾ ਮੈਨੂੰ ਜਦ ਵੌਇਸ ਮੈਸੇਜ ਆਇਆ, ਉਹਨਾਂ ਨੇ ਮੈਨੂੰ ਕੋਈ ਚਿੰਤਾ ਨਹੀਂ ਕਹੀ ਕਿ ਉਹਨਾਂ ਨੂੰ ਕੋਈ ਗੱਲਬਾਤ ਆ। ਬੇਸਿਕਲੀ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਬੁਲੇਟ ਪ੍ਰੂਫ ਵੈਸਟ ਚਾਹੀਦੀ ਆ। ਤੇ ਜਦ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਅਗਰ ਤੁਸੀਂ ਕਿਸ ਗੱਲੋਂ ਵੈਸਟ ਚਾਹੀਦੀ ਆ, ਤਾਂ ਮੈਂ ਉਹਨਾਂ ਨੂੰ ਦੱਸਿਆ ਵੀ ਜਿਹੜੀ ਲੈਵਲ 3+ ਆ ਸੌਫਟ ਬੋਡੀ ਆਰਮਰ, ਉਹ ਸਮਾਲ ਕੈਲੀਬਰ ਹੀ ਸਟਾਪ ਕਰ ਸਕਦੀ ਆ। ਅਗਰ ਤੁਹਾਨੂੰ ਕੋਈ ਜ਼ਿਆਦਾ ਖਤਰਾ ਹੈ ਤਾਂ ਜਿਸ ਹਿਸਾਬ ਨਾਲ ਮੂਸੇਵਾਲਾ ਸਾਹਿਬ ਨਾਲ ਮੇਰੀ ਗੱਲ ਹੁੰਦੀ ਸੀ, ਉਹਨਾਂ ਨੂੰ ਡੈਫੀਨਿਟਲੀ ਪਤਾ ਸੀ ਕਿ ਇੱਕ ਬੋਡੀ ਆਰਮਰ ਕੀ ਆ। ਇਸ ਲਈ ਉਹਨਾਂ ਨੇ ਮੈਨੂੰ ਮੈਸੇਜ ਕੀਤਾ, ਪੁੱਛਿਆ ਕਿ ਅਗਰ ਮੈਂ ਉਹਨਾਂ ਨੂੰ ਵੈਸਟ ਉਪਲਬਧ ਕਰਵਾ ਸਕਦਾ। ਉਹਨਾਂ ਦੇ ਕੋਈ ਦੋਸਤ ਉਰੇ ਆਏ ਹੋਏ ਨੇ ਤੇ ਉਹਨਾਂ ਨੂੰ ਇਸ ਦੀ ਸਖਤ ਜ਼ਰੂਰਤ ਆ। ਮੈਂ ਉਹਨਾਂ ਨੂੰ ਇਹ ਗੱਲ ਦੱਸੀ ਸੀ ਕਿ ਜਿਹੜਾ ਸੌਫਟ ਬੋਡੀ ਆਰਮਰ ਆ ਉਹ ਸਮਾਲ ਕੈਲੀਬਰ, ਜਿਹਨੂੰ ਆਪਾਂ 9 ਮਿਲੀਮੀਟਰ ਕਹਿ ਦਿੰਦੇ ਆ, 45 ਕਹਿ ਦਿੰਦੇ ਆ, 40 ਸਮਿਥ ਐਂਡ ਵੈਸਨ ਕਹਿ ਦਿੰਦੇ ਆ, 357 6 ਜਾਂ 32 ਬੋਰ, ਉਹਨੂੰ ਸਟਾਪ ਕਰ ਪਾਏਗਾ। ਉਸ ਤੋਂ ਉੱਪਰਲੀ ਜੇਕਰ ਕੋਈ ਥ੍ਰੈਟ ਹੋਏਗੀ ਤਾਂ ਉਹਨਾਂ ਨੂੰ ਸਟੀਲ ਦਾ, ਜਿਹਨੂੰ ਆਪਾਂ ਹਾਰਡ ਬੋਡੀ ਆਰਮਰ ਕਹਿ ਦਿੰਦੇ, ਉਹਦੀ ਜ਼ਰੂਰਤ ਆ। ਤੇ ਉਹਨਾਂ ਨੇ ਮੈਨੂੰ, ਜਦ ਮੈਂ ਹਾਰਡ ਬੋਡੀ ਆਰਮਰ ਉਹਨਾਂ ਨਾਲ ਗੱਲ ਕੀਤੀ, ਉਹ ਕਹਿੰਦੇ ਵੀ ਇਹ ਤਾਂ ਪਾ ਕੇ ਰੱਖਣਾ ਬਹੁਤ ਔਖਾ ਹੈ, ਤਾਂ ਮੈਂ ਸਮ ਸੋਰਟ ਆਫ ਸੌਫਟ ਬੋਡੀ ਆਰਮਰ ਚਾਹੁੰਦਾ। ਤੇ ਉਹਨਾਂ ਕੋਲ ਖੁਦ ਵੀ ਕੁਝ ਬੁਲੇਟ ਪ੍ਰੂਫ ਵੈਸਟ ਸੀ ਪਹਿਲਾਂ? ਇਸ ਦਾ ਸਰ ਮੈਨੂੰ ਨੌਲੇਜ ਨਹੀਂ ਹੈ, ਨਾ ਉਹਨਾਂ ਨੇ ਮੈਨੂੰ ਕੋਈ ਦਿਖਾਈ ਹੈ, ਨਾ ਮੈਂ ਉਹਨਾਂ ਨੂੰ ਪੁੱਛਿਆ ਇਸ ਬਾਰੇ। ਤੇ ਇਸ ਤੋਂ ਬਾਅਦ ਕੋਈ ਹੋਰ ਅੱਗੇ ਗੱਲਬਾਤ ਹੋ ਪਾਈ? ਫਿਰ ਉਹ ਵੈਸਟ ਆਨਲਾਈਨ ਉਹ ਚਾਹ ਰਹੇ ਸੀ ਮੰਗਵਾਉਣਾ, ਤੁਸੀਂ ਡਿਲੀਵਰ ਕਰ ਪਾਏ, ਨਹੀਂ ਕਰ ਪਾਏ, ਉਹਦਾ ਕੀ ਹੋਇਆ? ਮੈਂ ਜੀ ਉਹਨਾਂ ਨੂੰ ਆਪਣਾ ਨੰਬਰ ਦਿੱਤਾ ਸੀ, ਜਿਹੜਾ ਉਹਨਾਂ ਨੇ ਆਪਣੇ ਦੋਸਤ ਜੋ ਵੀ ਉਹਨਾਂ ਦੇ ਉਰੇ ਆਏ ਸੀਗੇ, ਉਹ ਕਹਿੰਦੇ ਸੀ ਵੀ ਇਹ ਥੋਤੋਂ ਲੈ ਜਾਣਗੇ 10-15 ਦਿਨ ਜਾਂ ਮਹੀਨੇ ਦੇ ਅੰਦਰ। ਉਸ ਤੋਂ ਬਾਅਦ ਮੈਨੂੰ ਨਾ ਤਾਂ ਕੋਈ ਫੋਨ ਆਇਆ, ਨਾ ਕਿਸੇ ਨੇ ਕੰਟੈਕਟ ਕੀਤਾ, ਨਾ ਮੂਸੇਵਾਲਾ ਸਾਹਿਬ ਨੇ ਕੋਈ ਜ਼ਿਕਰ ਕੀਤਾ ਕਿ ਵੈਸਟ ਚਾਹੀਦੀ ਹੈ। ਮੈਨੂੰ ਲੱਗਦਾ ਇਸ ਦੇ ਦੌਰਾਨ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ ਤੇ ਉਸ ਤੋਂ ਬਾਅਦ ਉਹ ਫਿਰ ਵੀ ਕੰਫਰਟੇਬਲ ਸੀ। ਜਦ ਮੈਂ ਉਹਨਾਂ ਨਾਲ ਫੋਨ ਤੇ ਗੱਲ ਕਰਦਾ ਸੀ ਜਾਂ ਸਨੈਪਚੈਟ ਤੇ, ਉਹ ਥੋੜੇ ਜਿਹੇ ਰਿਲੈਕਸਡ ਮੋਡ 'ਚ ਸੀਗੇ। ਉਹਨਾਂ ਨੇ ਕੋਈ ਵੈਸਟ ਦਾ ਜ਼ਿਕਰ ਨਹੀਂ ਕੀਤਾ ਉਸ ਤੋਂ ਬਾਅਦ। ਜਿਸ ਸਮੇਂ ਉਹਨਾਂ ਦਾ ਉਹਨਾਂ ਨੂੰ ਸ਼ਾਇਦ ਕਿਤੋਂ ਹੋਰ ਵੀ ਮਿਲ ਗਈ ਹੋਵੇ ਵੈਸਟ, ਜਾਂ ਫਿਰ ਗਨਮੈਨ ਵਗੈਰਾ ਮਿਲ ਗਏ ਸੀ, ਜਿਵੇਂ ਆਪਾਂ ਸਭ ਜਾਣਦੇ ਹਾਂ। ਹੋ ਸਕਦਾ ਸਰ। ਚਲਿਏ, ਇਹ ਤਾਂ ਗੱਲ ਹੋਈ ਸਿੱਧੂ ਮੂਸੇਵਾਲਾ ਹੋਰਾਂ ਦੇ ਨਾਲ ਗੱਲਬਾਤ ਦੀ। ਤੇ ਲੇਕਿਨ ਤੁਸੀਂ ਗਨ ਮੈਨੂਫੈਕਚਰਰ ਹੋ, ਅਪੈਰੈਂਟਲੀ ਤੁਸੀਂ ਮਸ਼ੀਨ ਗਨਸ ਵੀ ਬਣਾਉਂਦੇ ਹੋ? ਡੈਫੀਨਿਟਲੀ, ਜਿਹੜਾ ਸਰ ਸਾਡੇ ਕੋਲ ਲਾਇਸੈਂਸ ਆ, ਅਸੀਂ ਸੈਮੀ ਆਟੋ ਵੀ ਬਣਾ ਸਕਦੇ ਹਾਂ, ਫੁੱਲ ਆਟੋ ਵੀ ਬਣਾ ਸਕਦੇ ਹਾਂ। ਇਟ ਅਲਾਉਜ਼ ਅਸ ਟੂ ਮੈਨੂਫੈਕਚਰ। ਸਾਡੇ ਕੋਲ ਅਸੀਂ ਫੁੱਲ ਆਟੋਸ ਵੀ ਮੈਨੂਫੈਕਚਰ ਕਰਦੇ ਹਾਂ, ਸੈਮੀ ਆਟੋਸ ਵੀ ਮੈਨੂਫੈਕਚਰ ਕਰਦੇ ਹਾਂ। ਅਸੀਂ ਸੈਮੀ ਆਟੋਸ ਨੂੰ ਫੁੱਲ ਆਟੋ 'ਚ ਕਨਵਰਟ ਵੀ ਕਰ ਦਿੰਦੇ ਹਾਂ।
ਡਿਪੈਂਡਿੰਗ ਔਨ ਦ ਨੀਡ ਆਫ ਦੀ ਏਜੰਸੀ। ਜਿਹੜੀ ਉਹਦੇ ਦੀਆਂ ਲੋਕਲ ਲਾਅ ਇਨਫੋਰਸਮੈਂਟ ਸਵਾਰਟਸ ਨੇ, ਜੋ ਉਹ ਸਾਨੂੰ ਡਿਮਾਂਡ ਦਿੰਦੀਆਂ ਨੇ, ਉਸ ਹਿਸਾਬ ਨਾਲ ਅਸੀਂ ਵੈਪਨ ਦੇ ਦਿੰਦੇ ਹਾਂ। ਵਿਕਰਮ ਜੀ, ਮੈਂ ਇਹ ਤੁਹਾਡੇ ਤੋਂ ਜਾਨਣਾ ਚਾਹਾਂਗਾ ਕਿ ਇਹ ਜਿਹੜੀ ਚਰਚਾ ਛਿੜੀ ਹੈ, ਜੋ ਕਿ ਹਾਲਾਂਕਿ ਕੋਈ ਭਰੋਸੇਯੋਗ ਸੂਤਰ ਨਹੀਂ ਹੈ, ਲੇਕਿਨ ਇਹ ਗੱਲਬਾਤ ਹੈ ਕਿ AN-94, ਮੈਂ ਵੀ ਇੱਕ ਵੀਡੀਓ ਬਣਾਇਆ, AN-94 ਵੈਪਨ ਯੂਜ਼ ਹੋਇਆ। ਮੇਰੇ ਤੁਹਾਡੇ ਨਾਲ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਲੇਕਿਨ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਖੜੇ ਹੁੰਦੇ ਨੇ ਕਿ AN-94 ਦੀ ਵਰਤੋਂ ਇਸ ਘਾਤਕ ਹਮਲੇ ਦੇ ਵਿੱਚ ਕਿੰਨੀ ਕੁ ਵਾਇਬਲ ਹੈ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ, ਮਾਨਸੇ ਦੇ ਵਿੱਚ? ਦੇਖੋ ਜੀ, ਜਿਹੜਾ AN-94 ਆ, ਅਗਰ ਅਸੀਂ US ਦੀ ਵੀ ਗੱਲ ਕਰੀਏ ਤਾਂ ਲਿਮਟਿਡ 10 ਹੋਣਗੀਆਂ। ਜਦ ਮੈਂ ਖਬਰ ਸੁਣੀ ਮੀਡੀਆ ਤੋਂ ਕਿ AN-94 ਫੜੀ ਗਈ ਆ, ਮੇਰਾ ਕੁਐਸਚਨ ਇਹ ਹੈ ਕਿ AK-74 ਤੇ ਜਿਹੜੀ AN-94 ਉਹ ਸੇਮ ਕਾਰਟ੍ਰਿਜ ਫਾਇਰ ਕਰਦੀ ਆ, ਜੋ ਕਿ ਆ 5.45x39। ਮੈਂ ਇਹ ਪੁੱਛਣਾ ਚਾਹਣਾ ਕਿ ਉਹਨਾਂ ਨੂੰ ਇੰਨੀ ਸ਼ੋਰਿਟੀ ਕਿਵੇਂ ਹੋਈ ਕਿ ਇਹ AN-94 ਆ ਤੇ AK-74 ਨਹੀਂ? ਜਾਂ ਤਾਂ ਉਹਨਾਂ ਕੋਲ ਹਥਿਆਰ ਫੜਿਆ ਜਾਂਦਾ, ਪਰ ਉਹ ਇੰਨੇ ਸ਼ੋਰ ਕਿਵੇਂ ਹੋ ਸਕਦੇ ਕਿ AN-94 ਹੀ ਹੈ? AN-94 ਬੜਾ ਹੀ ਰੇਅਰ ਵੈਪਨ ਆ। ਨਹੀਂ, ਜਿਹੜੇ ਤੁਹਾਡੇ ਮਨ 'ਚ ਸਵਾਲ ਹੈ ਉਹ ਕਿਸ ਚੀਜ਼ ਨੂੰ ਲੈ ਕੇ ਹੈ? ਕਿ ਵੈਪਨ ਚਲੋ ਰਿਕਵਰ ਨਹੀਂ ਹੋਇਆ, ਲੇਕਿਨ ਜਿਹੜੇ ਕਾਰਟ੍ਰਿਜਸ ਮਿਲੇ ਜਾਂ ਜਿਹੜੇ ਖੋਲ ਮਿਲੇ ਜਾਂ ਜਿਸ ਤਰੀਕੇ ਦਾ ਬੁਲਟ ਵਰਤੀ ਗਈ ਹੈ, ਮੰਨਿਆ ਗਿਆ ਵੀ 300 400 ਮੀਟਰ ਦੂਰ ਦੀਵਾਰ ਦੇ ਵਿੱਚ ਜਾ ਕੇ ਬੁਲਟ ਵੱਜੇ, ਬੁਲਟ ਦੇ ਉੱਤੇ ਚੜ ਕੇ ਹਮਲਾਵਰ ਨੇ ਗੋਲੀਆਂ ਚਲਾਈਆਂ, ਕੁਝ ਉੱਥੇ ਪਿੱਛੇ ਜਿਹੜੇ ਘਰਾਂ ਦੇ ਵਿੱਚ ਸਟੀਲ ਦੇ ਗੇਟ ਸੀ ਉਹਨਾਂ ਨੂੰ ਪੀਅਰਸ ਕਰਕੇ ਉਹ ਬੁਲਟ ਚਲਾ ਗਿਆ। ਸੋ ਇਹ ਮੰਨਿਆ ਜਾ ਰਿਹਾ ਕਿ ਉਹ ਆਰਮਰਡ ਪੀਅਰਸਿੰਗ ਬੁਲਟ ਸੀਗੇ, ਜਿਹੜੇ ਕਿ ਯੂਜੂਅਲੀ AN-94 ਚ ਐਕਸਪੈਕਟਡ ਹੈ, ਤੇ ਤਾਂ ਕਰਕੇ ਪੰਜਾਬ ਪੁਲਿਸ ਨੇ ਇਹ ਗੱਲਬਾਤ ਸ਼ਾਇਦ ਛੇੜੀ ਕਿ ਉਹ, ਕਿਉਂਕਿ ਗੋਲਡੀ ਬਰਾੜ ਨੇ ਮੈਨੂੰ ਤਾਂ AK-47 ਦਾ ਜ਼ਿਕਰ ਕੀਤਾ, ਲੇਕਿਨ ਪ੍ਰੋਬੇਬਲੀ ਹੀ ਵਾਸ ਨਾਟ ਸ਼ੋਰ ਕਿ ਹਮਲੇ 'ਚ ਕੀ ਹੋਇਆ ਕੀ ਨਹੀਂ ਹੋਇਆ। ਲੇਕਿਨ AN-94 ਦੀ ਥਿਉਰੀ ਆ ਗਈ, ਐਂਡ ਯੂ ਕਾਊਂਟਰ ਇਟ ਕਿ ਜੋ AN-94 ਨਾਲ ਹੋ ਸਕਦਾ ਹੈ ਉਹ AK-74 ਨਾਲ ਵੀ ਹੋ ਸਕਦਾ ਹੈ ਤੇ 47 ਨਾਲ ਵੀ ਹੋ ਸਕਦਾ ਹੈ। ਡੈਫੀਨਿਟਲੀ ਜੀ। ਦੇਖੋ, AK ਜੋ 47 ਆ ਤੇ AK-74 ਦੇ ਕਾਰਟ੍ਰਿਜ ਦਾ ਫਰਕ ਆ। ਮੈਂ ਇਹ ਕਹਿਣਾ ਹੈ ਕਿ ਅਗਰ ਕੋਈ ਕ੍ਰਿਮੀਨਲ ਸੀਗੇ, ਉਹਨਾਂ ਨੇ ਕੋਈ ਵਾਰਦਾਤ ਨੂੰ ਅੰਜਾਮ ਦੇਣਾ ਦੀ, ਉਹ ਇੰਨੀ ਹਾਈਲੀ ਰੇਅਰ ਗਨ ਕਿਉਂ ਲੈ ਕੇ ਆਉਣਗੇ ਜੋ ਕਿ AK-74 ਨਾਲ ਸੇਮ ਕੰਮ ਹੋ ਸਕਦਾ? ਮੈਂ ਵਿਊਅਰਸ ਨੂੰ ਇਹ ਦੱਸ ਦੇਣਾ ਚਾਹੁੰਦਾ ਕਿ ਜੋ ਆਰਮਰ ਪੀਅਰਸਿੰਗ ਆ ਉਹ ਗਨ ਦੇ ਵਿੱਚ ਕੁਝ ਨਹੀਂ ਆ, ਉਹ ਕਾਰਟ੍ਰਿਜ ਹੁੰਦਾ। ਅਗਰ AK-74 ਤੇ AK-94 ਦੇ ਵਿੱਚ ਸੇਮ ਕਾਰਟ੍ਰਿਜ ਪੈਂਦਾ ਹੈ ਤਾਂ ਉਹ AK-74 ਕਿਉਂ ਨਹੀਂ ਹੋ ਸਕਦੀ? ਲੇਕਿਨ ਇੱਥੇ ਮੇਰਾ ਇੱਕ ਹੋਰ ਸਵਾਲ ਹੈ ਸਰ, ਇੱਥੇ ਮੇਰਾ ਸਵਾਲ ਹੈ ਕਿ ਜਦੋਂ ਮੈਂ ਇਸ ਗਨ ਬਾਰੇ ਥੋੜੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਇੰਟਰਨੈਟ ਤੋਂ ਕੀਤੀ, ਤੇ ਜਿਹੜੀ ਵੀ ਵੇਰਵਾ ਆਇਆ AK-94 ਦਾ, ਉਹਦੇ ਵਿੱਚ ਇਹ ਸੀ ਕਿ ਲੇਟ 1980s ਦੇ ਵਿੱਚ ਕਿਉਂਕਿ ਕਲਾਸ਼ਨਿਕੋਵ ਦਾ ਹੋਲਡ ਜ਼ਿਆਦਾ ਸੀ, ਰਸ਼ੀਅਨ ਜਿਹੜੀ ਮੈਨੂਫੈਕਚਰਿੰਗ ਦੇ ਵੈਪਨ ਮੈਨੂਫੈਕਚਰਿੰਗ, ਖਾਸ ਕਰਕੇ ਜਿਹੜੀ ਅਸੌਲਟ ਰਾਈਫਲ ਸੀ। ਸੋ ਦੇ ਵਾਂਟਡ ਅਨਦਰ ਵੈਪਨ ਜੋ ਕਿ ਥੋੜਾ ਜ਼ਿਆਦਾ ਆਰਮਰਡ ਪੀਅਰਸਿੰਗ ਵੀ ਹੋਵੇ, ਥੋੜਾ ਡੈਡਲੀ ਜਾਂ ਲੀਥਲ ਵੀ ਹੋਵੇ। ਇੱਕ ਉੱਥੇ ਆਵਾਕਾਨ ਨਾਂ ਦਾ ਇੱਕ ਤਰੀਕੇ ਦਾ ਕੰਪੀਟੀਸ਼ਨ ਆਰਮ ਡਿਜ਼ਾਈਨਰ ਦੇ ਵਿੱਚ ਕਰਾਇਆ ਗਿਆ। then this AN-94 was developed somewhere around 1994 ਤੇ 97 ਦੇ ਵਿੱਚ ਜਾ ਕੇ ਇਹ ਜਿਹੜੀ ਵੈਪਨ ਸੀ ਇਸ ਨੂੰ ਰਿਕੁਇਜ਼ੀਸ਼ਨ ਕੀਤਾ ਗਿਆ। ਇਹ ਚੱਲ ਨਹੀਂ ਪਾਇਆ, ਇਹਦੀ ਮੇਨਟੇਨੈਂਸ ਜਾਂ ਇਹਦੇ ਹੋਰ ਕਈ ਫੈਕਟਰਸ ਰਹੇ ਕਿ ਵਾਇਬਿਲਿਟੀ ਨਹੀਂ ਸੀ, ਮੈਨੂਵਰੇਬਿਲਿਟੀ ਨਹੀਂ ਸੀ ਜਿਹੜੇ ਟਰੂਪਸ ਲੈ ਕੇ ਚੱਲਦੇ ਸੀ। ਸੋ ਫੈਕਟ ਇਸ ਕਿ ਉਸ ਵਕਤ AK-47 ਸੀ, AK-74 ਸੀ। AN-94 ਫਿਰ ਡਿਵੈਲਪ ਕਿਉਂ ਹੋਈ? ਜੇ ਤੁਸੀਂ ਕਹਿ ਰਹੇ ਹੋ ਕਿ AK-47 ਤੇ AK-74 ਦੇ ਵਿੱਚ ਵੀ ਉਹੀ ਰਾਉਂਡ ਜਾਂ ਉਹੀ ਕਾਰਟ੍ਰਿਜ ਪੈ ਕੇ ਉਹਨਾਂ ਨੁਕਸਾਨ ਕਰਕੇ ਉਹਨਾਂ ਦੀ ਬੁਲਟ ਪ੍ਰੂਫ ਜਾਂ ਕਿਸੇ ਵੀ ਹੋਰ ਐਸੇ ਆਰਮਰਡ ਵਹੀਕਲ ਨੂੰ ਨੁਕਸਾਨ ਹੋ ਸਕਦਾ ਹੈ, ਤਾਂ ਫਿਰ ਇਹ ਵੈਪਨ ਦੀ ਸੋਧ ਲਈ ਐਡਾ ਰੌਲਾ ਰੱਪਾ ਕਿਉਂ ਹੋਇਆ ਤੇ ਰਸ਼ੀਆ ਨੇ ਐਡੀ ਵੱਡੀ ਅਸੌਲਟ ਰਾਈਫਲ ਕਿਉਂ ਡਿਵੈਲਪ ਕੀਤੀ ਜੋ ਕਿ ਬੇਸ਼ੱਕ ਬਾਅਦ ਦੇ ਵਿੱਚ ਵਾਇਬਲ ਹੀ ਚੱਲ ਨਹੀਂ ਪਾਈ? ਦੇਖੋ ਸਰ, AK-74 ਤੇ AK-94 ਚ ਮੇਨ ਡਿਫਰੈਂਸ ਇਹ ਹੈ ਕਿ ਜੋ AK-94 ਆ, ਜੋ ਪਹਿਲੇ ਦੋ ਰਾਉਂਡ ਨੇ ਉਹ 1800 ਰਾਉਂਡਸ ਪਰ ਮਿੰਟ ਦੀ ਸਪੀਡ ਨਾਲ ਫਾਇਰ ਕਰ ਸਕਦੀ ਆ। ਜਦ ਤੁਸੀਂ ਗਨ ਫਾਇਰ ਕਰਦੇ ਹੋ ਉਹਦਾ ਰੀਕੋਇਲ ਹੁੰਦਾ। ਤਾਂ AK-94 ਦੀ ਖਾਸੀਅਤ ਇਹ ਹੈ ਕਿ ਜਦ ਤੁਸੀਂ 2 ਰਾਉਂਡ ਫਾਇਰ ਕਰੋਗੇ, ਇਸ ਤੋਂ ਪਹਿਲਾਂ ਕਿ ਤੁਹਾਨੂੰ ਰੀਕੋਇਲ ਫੀਲ ਹੋਵੇ, ਉਹ 2 ਰਾਉਂਡਸ ਫਾਇਰ ਹੋ ਜਾਣਗੇ। ਉਹਨਾਂ ਦਾ ਹੋਲ 2 ਰਾਉਂਡ ਦਾ ਮਤਲਬ 2 ਗੋਲੀਆਂ, 2 ਰਾਉਂਡ ਦਾ ਮਤਲਬ 2 ਗੋਲੀਆਂ। ਹਾਂਜੀ, ਜਿਹੜੀ AK-94 ਆ ਉਹ AK-74 ਤੋਂ 3 ਗੁਣਾ ਜ਼ਿਆਦਾ ਸਪੀਡ ਨਾਲ ਰਾਉਂਡ ਫਾਇਰ ਕਰ ਸਕਦੀ ਆ। ਨਾਰਮਲ AK-74 ਦੀ ਜਿਹੜੀ ਸਪੀਡ ਆ ਉਹ ਹੈਗੀ 600 ਰਾਉਂਡਸ ਪਰ ਮਿੰਟ, ਤੇ ਜਿਹੜੀ AK-94 ਆ ਉਹ 1800 ਰਾਉਂਡਸ ਪਰ ਮਿੰਟ ਜਿਹੜੇ ਪਹਿਲੇ 2 ਰਾਉਂਡ ਫਾਇਰ ਕਰ ਸਕਦੀ ਹੈ। ਉਸ ਤੋਂ ਬਾਅਦ ਉਹਦਾ ਰੇਟ ਡ੍ਰੌਪ ਹੋ ਕੇ 600 ਰਾਉਂਡਸ ਪਰ ਮਿੰਟ ਤੇ ਆ ਜਾਂਦਾ। ਸੋ ਉਹਨਾਂ ਦਾ ਇਹ ਮੇਨ ਕਨਸੈਪਟ ਸੀ ਜਦ ਉਹਨਾਂ ਨੇ ਡਿਵੈਲਪ ਕੀਤੀ। ਉਹਦੇ ਮਤਲਬ ਬਹੁਤ ਹੀ ਜ਼ਿਆਦਾ ਉਹਨਾਂ ਨੇ ਕੰਪਲੈਕਸ ਬਣਾਤਾ ਹੈ ਕਿ ਜੋ ਉਹ ਆਊਟਪੁੱਟ ਲੈਣਾ ਚਾਹੁੰਦੇ ਸੀ, ਜਿਸ ਕੀਮਤ ਤੇ ਆਊਟਪੁੱਟ ਸੀ, ਉਹਦਾ ਵਰਥ ਨਹੀਂ ਸੀਗਾ। ਤੇ ਜਿੰਨੀ ਵੀ ਤੁਸੀਂ ਕਹਿੰਦਾ ਕੋਸ਼ਿਸ਼ ਕਰੋਗੇ, ਜਿੰਨੀ ਵੀ ਆਊਟਪੁੱਟ ਸੀ ਉਹ ਪਹਿਲੇ 2 ਰਾਉਂਡ ਲਈ ਸੀਗੀ,
ਯਾਨੀ ਕਿ 2 ਬਿਲਕੁਲ ਰਾਉਂਡ ਦੀ ਸਪੀਡ 1800 ਹੈ, ਅਦਰਵਾਈਜ਼ ਉਸ ਤੋਂ ਬਾਅਦ ਉਹਨੇ ਘਟਦੇ 600 ਤੇ ਆ ਜਾਣਾ, ਐਂਡ ਇਟ ਇਜ਼ ਐਟ ਪਾਰ ਵਿਦ 47 ਐਂਡ 74, ਰਾਈਟ? ਬਿਲਕੁਲ ਜੀ। ਸੋ ਦੈਟਸ ਵਾਈ ਇਟ ਵਾਸ ਨਾਟ ਮਤਲਬ ਪਪੂਲਰ ਨਹੀਂ ਹੋ ਪਾਈ। ਦੇਖੋ ਜੀ, ਜਿੰਨੇ ਵੈਪਨਸ ਨੇ, ਜਿੰਨਾ ਤੁਸੀਂ ਇਹਨਾਂ ਨੂੰ ਕੰਪਲੈਕਸ ਕਰ ਦਿੰਦੇ ਹੋ, ਜਿਹੜਾ ਐਵਰੇਜ ਸੋਲਜਰ ਆ ਉਹ ਕੰਪਲੈਕਸਿਟੀ 'ਚ ਕੋਈ ਨਾ ਕੋਈ, ਇਫ ਸਮਥਿੰਗ ਕੈਨ ਗੋ ਰੋਂਗ ਇਟ ਵਿਲ ਗੋ ਰੋਂਗ। ਤੁਸੀਂ ਚਾਹੇ ਰਸ਼ੀਆ ਦੇਖ ਲਓ, ਚਾਹੇ ਇਜ਼ਰਾਈਲ ਦੇਖ ਲਓ, ਚਾਹੇ ਯੂਐਸ ਦੇਖ ਲਓ, ਜਿਹੜੇ ਇਹਨਾਂ ਦੇ ਵੈਪਨਸ ਨੇ ਉਹ ਸਿੰਪਲ ਨੇ। ਤੇ ਜਿਹੜੀ AN-94 ਆ ਹਾਈਲੀ ਕੰਪਲੈਕਸ ਸਿਸਟਮ ਸੀਗਾ, ਕਿ ਜਿਹੜੇ ਜਦ ਗਨ ਫਾਇਰ ਹੁੰਦੀ ਆ ਤਾਂ ਬੇਸਿਕਲੀ ਜਿਹੜਾ ਬੋਲਟ ਪਿੱਛੇ ਆ ਕੇ ਵੱਜਦਾ ਉਹਦੇ ਨਾਲ ਰੀਕੋਇਲ ਝਟਕਾ ਲੱਗਦਾ, ਰੀਕੋਇਲ ਨੂੰ ਝਟਕਾ ਕਹਿੰਦੇ, ਉਹ ਮੂਵ ਹੁੰਦੀ ਆ। AN-94 ਇੰਨੀ ਸਪੀਡ ਨਾਲ ਫਾਇਰ ਕਰਦੀ ਆ ਪਹਿਲੇ 2 ਰਾਉਂਡ ਕਿ ਤੁਹਾਨੂੰ ਝਟਕਾ ਲੱਗਣ ਤੋਂ ਪਹਿਲਾਂ ਹੀ 2 ਰਾਉਂਡ ਫਾਇਰ ਹੋ ਜਾਂਦੇ ਆ। ਇਹ ਖਾਸੀਅਤ ਸੀਗੀ, ਪਰ ਉਹਦੀ ਪ੍ਰਾਈਸ ਵੀ 3 ਗੁਣਾ ਜ਼ਿਆਦਾ ਸੀ, ਕੰਪਲੈਕਸਿਟੀ ਵੀ ਜ਼ਿਆਦਾ ਸੀ। ਜਿਹੜਾ ਇੱਕ ਆਮ ਸੋਲਜਰ ਆ ਜਿਹਨੂੰ ਸਪੈਸ਼ਲ ਆਪਰੇਸ਼ਨਸ ਦੀ ਨੌਲੇਜ ਨਹੀਂ ਆ, ਉਹਦੇ ਲਈ ਅਗਰ ਤੁਸੀਂ ਉਹਨੂੰ ਕੋਈ ਕੰਪਲੈਕਸ ਵੈਪਨ ਦੋਗੇ, ਹਾਈ ਚਾਂਸ ਆ ਕਿ ਲੜਾਈ ਦੇ ਦੌਰਾਨ ਕੋਈ ਨਾ ਕੋਈ ਉਸ ਤੋਂ ਗਲਤੀ ਹੋਏਗੀ। ਇਸ ਸਥਿਤੀ ਦੇ ਵਿੱਚ ਜੋ ਆਪਾਂ ਦੇਖਿਆ ਮਾਨਸੇ ਦੇ ਵਿੱਚ ਜੋ ਘਟਨਾ ਵਾਪਰਦੀ ਹੈ, ਉਹਦੇ ਵਿੱਚ ਤੁਸੀਂ ਜੋ ਵੀ ਵੀਡੀਓਜ਼ ਆਏ, ਤੁਸੀਂ ਅਲੱਗ-ਅਲੱਗ ਰਿਪੋਰਟਸ ਵੇਖ ਰਹੇ ਹੋ, ਤੁਹਾਡੇ ਹਿਸਾਬ ਨਾਲ ਕੀ ਹੋਇਆ ਹੈ? ਐਂਡ ਵਾਸ देयर ਐਨ ਅਸੌਲਟ ਰਾਈਫਲ ਇਨਵੋਲਵਡ? ਅਸੌਲਟ ਰਾਈਫਲ ਇਨਵੋਲਵ ਸੀ, ਜੋ ਤੁਸੀਂ ਬੁਲਟ CCTV ਕੈਮਰੇ ਦੇ ਵਿੱਚ ਜੋ ਫਾਇਰਿੰਗ ਹੁੰਦੀ ਵੇਖੀ ਹੈ, ਕੋਈ 30 ਰਾਉਂਡ ਕਹਿ ਰਿਹਾ, ਕੋਈ 40 ਰਾਉਂਡ ਕਹਿ ਰਿਹਾ ਫਾਇਰ ਹੋਏ। ਸੋ ਉਹ ਤੁਸੀਂ, ਤੁਹਾਨੂੰ ਦੇਖ ਕੇ ਕੀ ਨਜ਼ਰ ਆ ਰਿਹਾ, ਸਮਝ ਕੇ ਆ ਰਿਹਾ? ਦੇਖੋ ਸਰ, ਮੀਡੀਆ ਦੀ ਰਿਪੋਰਟਸ ਜੋ ਮੈਂ ਵੀਡੀਓਜ਼ ਦੇਖੀਆਂ ਨੇ, ਮੇਰੇ ਹਿਸਾਬ ਨਾਲ ਫੁੱਲ ਆਟੋ ਫਾਇਰ ਨਹੀਂ ਹੋਈ। ਸੈਮੀ ਆਟੋ ਤੇ ਫੁੱਲ ਆਟੋ 'ਚ ਇੱਕ ਡਿਸਟਿੰਗੁਇਸ਼ਡ ਸਾਊਂਡ ਆ। ਜੋ ਵੀ ਕੋਈ ਫੁੱਲ ਆਟੋ ਫਾਇਰ ਕਰਦਾ ਉਹ ਦੱਸ ਸਕਦਾ ਕਿ ਫੁੱਲ ਆਟੋ ਫਾਇਰ ਹੋਈ ਕਿ ਨਹੀਂ। ਉਹ ਸਾਊਂਡ ਦੇ ਹਿਸਾਬ ਨਾਲ ਤਾਂ ਇਹੀ ਲੱਗ ਰਿਹਾ ਹੈ ਕਿ ਸੈਮੀ ਆਟੋ ਸਟਾਈਲ ਕੋਈ ਰਾਈਫਲ ਫਾਇਰ ਹੋ ਰਹੀ ਆ। ਹੁਣ ਪਤਾ ਨਹੀਂ ਉਹ ਕੀ ਫਾਇਰ ਹੋ ਰਹੀ ਆ, ਬਟ ਡੈਫੀਨਿਟਲੀ ਉਹ ਫੁੱਲ ਆਟੋ ਨਹੀਂ ਹੈ। ਇਹ ਤਾਂ ਫੈਕਟ ਹੈ ਕਿ ਫੁੱਲ ਆਟੋ ਦੀ ਤਾਂ ਲੋੜ, ਫੁੱਲ ਆਟੋ ਦੀ ਲੋੜ ਕਿਸ ਸਿਚੁਏਸ਼ਨ 'ਚ ਪੈਣੀ ਸੀ? ਕਿਉਂਕਿ ਰੌਲਾ ਇਹ ਹੈਗਾ, ਜਿਹੜਾ ਕੁਐਸਚਨ ਆ ਰਿਹਾ ਹੈ ਕਿ ਵੀ ਜੀ ਰੈਕੀ ਹੋ ਗਈ, ਉਹ ਇੱਕ ਥਾਰ ਗੱਡੀ ਦੇ ਵਿੱਚ ਸੀ, ਆਪਣੀ ਬੁਲਟ ਪ੍ਰੂਫ ਗੱਡੀ ਦੇ ਵਿੱਚ ਨਹੀਂ ਸੀ। ਹੁਣ ਪੁਆਇੰਟ ਇਹ ਇੱਥੇ ਕੁਐਸਚਨ ਮੇਰਾ ਤੁਹਾਨੂੰ ਇਹ ਹੈ, ਕਿਉਂਕਿ ਤੁਸੀਂ ਆਰਮਾਮੈਂਟਸ ਨੂੰ ਹੈਂਡਲ ਕਰਦੇ ਹੋ, ਜੇ ਉਹ ਬੁਲਟ ਪ੍ਰੂਫ ਗੱਡੀ 'ਚ ਹੁੰਦੇ ਜਾਂ ਉਹਨਾਂ ਦੇ ਨਾਲ ਕਮਾਂਡੋਜ਼ ਹੁੰਦੇ, ਫਿਰ ਜੇ AN-94 ਹੁੰਦੀ ਜਾਂ AK-74 ਜਾਂ 47 ਹੁੰਦੀ, ਉਹਦੀ ਵਰਤੋਂ ਕਿਵੇਂ ਕੀਤੀ ਜਾਣੀ ਸੀ? ਦੇਖੋ ਜੀ, ਮੈਂ ਤਾਂ ਇਹ ਕਹਿਣਾ ਵੀ ਕੋਈ ਵੀ ਕ੍ਰਿਮੀਨਲ ਆ, ਜੇ ਉਹਦੇ ਕੋਲ ਫੁੱਲ ਆਟੋ ਆ, ਸੈਮੀ ਆਟੋ ਮੋਡ 'ਚ ਨਹੀਂ ਪਾਏਗਾ। ਜੇ ਤੁਹਾਡੀ ਗੱਡੀ 200 ਦੀ ਸਪੀਡ ਤੇ ਭੱਜ ਸਕਦੀ ਹੈ, ਤੁਸੀਂ ਉਹਦੇ ਤੇ ਕੋਈ ਲਿਮਿਟਰ ਨਹੀਂ ਲਾਓਗੇ, ਤੁਸੀਂ ਫੁੱਲ ਆਟੋ ਮੋਡ 'ਚ ਹੀ ਰੱਖੋਗੇ ਤਾਂ ਕਿ ਤੁਹਾਡੇ ਕੋਲ ਐਡਵਾਂਟੇਜ ਹੋਵੇ। ਅਗਰ ਤੁਸੀਂ ਜ਼ਿਆਦਾ ਰਾਉਂਡਸ ਡੰਪ ਕਰਨੇ, ਤੁਸੀਂ ਡੰਪ ਕਰ ਸਕੋ। ਅਗਰ ਮੂਸੇਵਾਲਾ ਸਾਹਿਬ ਕੋਲ ਬੁਲਟ ਪ੍ਰੂਫ ਗੱਡੀ ਹੁੰਦੀ, ਤੇ ਆਪਾਂ ਇੱਕ ਹਾਈਪੋਥੈਟੀਕਲ ਸਿਨੈਰੀਓ ਲਾ ਕੇ ਚੱਲਦੇ ਹਾਂ ਕਿ ਉਹਨਾਂ ਦੀ ਗੱਡੀ 7.62/39 ਜਾਂ SLR ਦੇ ਰਾਉਂਡ ਤੱਕ ਬੁਲਟ ਪ੍ਰੂਫ ਹੁੰਦੀ, ਤਾਂ ਮੂਸੇਵਾਲਾ ਸਾਹਿਬ ਦੇ ਜਿਹੜੇ ਪਹਿਲੇ 5-10 ਰਾਉਂਡ ਨੇ ਉਹ ਪੈਨੀਟ੍ਰੇਟ ਨਾ ਕਰਦੇ। ਸ਼ਾਇਦ ਉਨੇ ਸਮੇਂ 'ਚ ਕਮਾਂਡੋਜ਼ ਉੱਤਰ ਕੇ ਜਵਾਬੀ ਫਾਇਰ ਦਿੰਦੇ। ਦੇਖੋ ਜੀ, AK-47 'ਚ ਜਿਹੜਾ ਕਾਰਟ੍ਰਿਜ ਪੈਂਦਾ ਉਹਨੂੰ ਕਹਿੰਦੇ ਆ 7.62/39। ਵੀਅਤਨਾਮ ਵਾਰ ਦੇ ਅੰਦਰ ਜਦ ਰਸ਼ੀਆ ਨੇ ਅਮਰੀਕਾ ਦੀ 223 ਜਾਂ 556 ਫੜਿਆ, ਉਸ ਸਮੇਂ ਉਹਨਾਂ ਨੇ ਕਾਰਟ੍ਰਿਜ ਬਣਾਇਆ 5.45/39, ਜਿਹੜਾ AK-74 ਤੇ AK-94 'ਚ ਪੈਂਦਾ। AK-74 ਤੇ AK-94 ਦਾ ਰਾਉਂਡ ਤੁਸੀਂ ਇੰਟਰਚੇਂਜ ਕਰ ਸਕਦੇ ਹੋ। AK-47 ਵਾਲਾ ਰਾਉਂਡ ਨਾ AK-74 'ਚ ਪਏਗਾ, ਨਾ AK-94 'ਚ ਪਏਗਾ। which means what ਕਿ ਤੁਹਾਡੇ ਕੋਲ ਜ਼ਿਆਦਾ ਪੋਸਿਬਿਲਿਟੀ ਕੀ ਸੀ, ਜੇ ਤੁਸੀਂ ਇੱਕ ਆਰਮਰਡ ਵਹੀਕਲ ਯਾਨੀ ਕਿ ਇੱਕ ਬੁਲਟ ਪ੍ਰੂਫ ਵਹੀਕਲ ਨੂੰ ਟਾਰਗੇਟ ਕਰਨਾ ਹੈ, ਜੋ ਕਿ ਇਹਨਾਂ ਗੈਂਗਸਟਰਾਂ ਦੀ ਮਾਨਸਿਕਤਾ ਹੋ ਸਕਦੀ ਹੈ? ਕਿਉਂਕਿ ਮੈਂ ਇਸ ਚੀਜ਼ ਨੂੰ ਨਹੀਂ ਰਿਲਾਈ ਕਰਦਾ ਜਾਂ ਮੰਨਦਾ ਕਿ ਇਹਨਾਂ ਕੋਲ ਕੋਈ ਐਸੀ ਸਪੈਸੀਫਿਕ ਇਨਪੁਟ ਰਹੀ ਵੀ ਹੋ ਸਕਦੀ ਹੈ, ਅੰਦਰੋਂ ਘਰ ਦਾ ਭੇਦੀ ਲੰਕਾ ਢਾਏ ਤੇ ਉਹ ਇਨਪੁਟ ਮਿਲ ਵੀ ਸਕਦੀ ਹੈ। ਲੇਕਿਨ ਜੇ ਇਹਨਾਂ ਨੇ ਹਮਲਾ ਕੁਝ ਦਿਨਾਂ, ਇਹਨਾਂ ਕੋਲ ਸਪੈਨ ਕਾਫੀ ਘੱਟ ਸੀ ਹਮਲਾ ਕਰਨ ਲਈ, ਟੂ ਦ ਐਕਸਟੈਂਟ ਕਿ ਸਿੱਧੂ ਮੂਸੇਵਾਲਾ ਹੋਣਾ ਨੇ ਫਲਾਈ ਆਫ ਕਰਨਾ ਸੀ, ਕੈਨੇਡਾ ਅਮਰੀਕਾ ਜਾਣਾ ਸੀ, ਸੋ ਦੇ ਵਾਂਟਡ ਟੂ ਅਚੀਵ ਸਮਥਿੰਗ। ਸੋ ਦ ਫੈਕਟ ਇਜ਼ ਕਿ ਇਹ ਬਹੁਤ ਘੱਟ ਸਮੇਂ ਦੇ ਵਿੱਚ ਕਰਨਾ ਚਾਹੁੰਦੇ ਸੀ ਤੇ ਬੁਲਟ ਪ੍ਰੂਫ ਦੇ ਉੱਤੇ ਕਰਨਾ ਚਾਹੁੰਦੇ ਸੀ, ਜੇ ਲੋੜ ਪੈਂਦੀ। ਲੇਕਿਨ ਉਹ ਲੋੜ ਹੀ ਨਹੀਂ ਪਈ। ਹੀ ਵਾਸ ਸੋ ਅਨਗਾਰਡਡ ਕਿ ਉਹ ਤਾਂ ਬਿਨਾਂ ਗਨਮੈਨ ਤੇ ਬਿਨਾਂ ਬੁਲਟ ਪ੍ਰੂਫ ਦੇ ਸੀ। ਸੋ ਹੈਡ ਦੈਟ ਬੀਨ ਅ ਸਿਚੁਏਸ਼ਨ ਕਿ ਜੇ ਵੈਲ ਗਾਰਡਡ ਹੁੰਦੇ, even then any assault rifle would have mattered? ਦੇਖੋ ਜੀ, ਜੋ ਮੈਂ ਵੀਡੀਓਜ਼ ਦੇਖੀਆਂ ਨੇ, ਜੋ ਮੂਸੇਵਾਲਾ ਸਾਹਿਬ ਦੀ ਥਾਰ ਆ, ਉਹਦੇ ਅਗਰ ਬੋਨਟ ਤੇ ਤੁਸੀਂ ਜੋ ਐਂਟਰੀ ਦੇਖ ਰਹੇ ਹੋ, ਉਹ 7.62 ਜਾਂ ਉਹ SLR ਜਾਂ ਉਹ AK-74 ਦੇ ਨਹੀਂ ਲੱਗਦੇ। ਉਹ ਜਿਵੇਂ ਮੈਨੂੰ ਲੱਗ ਰਿਹਾ ਕਿ ਉਹ ਕੋਈ 50 ਕੈਲੀਬਰ ਸਟਾਈਲ ਕੋਈ ਰਾਈਫਲ ਫਾਇਰ ਹੋਈ ਆ। ਅਗਰ ਤੁਸੀਂ 50 BMG ਕਹਿ ਦਿੰਦੇ ਆ, ਉਹ ਬੇਸਿਕਲੀ ਰਾਉਂਡ ਇੰਨਾ ਪਾਵਰਫੁਲ ਹੈ ਕਿ ਉਹ ਗੱਡੀ ਦੇ ਬੋਨਟ ਚੋਂ ਵੀ ਨਿਕਲ ਕੇ, ਮਤਲਬ ਇਟ ਵਿਲ ਇਵਨ ਗੋ ਥਰੂ ਪੀਪਲ। ਤੇ ਜਿਹੜੀ AK-74 ਆ ਜਾਂ AK-47 ਆ ਜਾਂ AK-94 ਆ, ਉਹਦਾ ਰਾਉਂਡ, ਬੋਨਟ ਵਾਲਾ ਰਾਉਂਡ ਉਹਦਾ ਲੱਗ ਹੀ ਨਹੀਂ ਰਿਹਾ ਹੈਗਾ। ਮਤਲਬ ਜਿਹੜਾ ਤੁਸੀਂ ਐਂਟਰੀ ਦੇਖ ਸਕਦੇ ਹੋ, ਬਹੁਤ ਬੜੀ ਐਂਟਰੀ, ਉਹ ਕਿਸੇ ਬੜੇ ਕਾਰਟ੍ਰਿਜ ਤੋਂ ਫਾਇਰ ਹੋਇਆ। ਇਹਦਾ ਮਤਲਬ ਕੀ ਹੋਇਆ? ਬੜੇ ਕਾਰਟ੍ਰਿਜ
ਹਾਈ ਚਾਂਸ ਹੈ ਕਿ 50 BMG ਐਸੇ, ਮਤਲਬ ਮੈਂ ਉਰੇ ਜਿਵੇਂ ਅਸੀਂ ਕਦੇ ਟੈਸਟਿੰਗ ਕਰਦੇ ਆ, ਇੰਨਾ ਬੜਾ ਹੋਲ 50 BMG ਹੀ ਕਰ ਸਕਦੀ ਆ। 50 BMG ਇੱਕ ਬੜਾ ਹੀ ਡੈਡਲੀ ਕਾਰਟ੍ਰਿਜ ਆ। ਉਹਦੇ ਵਿੱਚ ਕਈ ਵੈਰਾਈਟੀਆਂ ਆਉਂਦੀਆਂ, ਉਹਦੇ ਵਿੱਚ ਆਰਮਰ ਪੀਰਸਿੰਗ ਆਉਂਦਾ, ਉਹਦੇ ਵਿੱਚ ਇਨਸੈਂਡੀਅਰੀ ਆਉਂਦੇ ਨੇ। ਹੁਣ ਆਪਾਂ ਇੰਡੀਆ ਦੇ ਨਾਲ ਪਾਕਿਸਤਾਨ ਲੱਗਦਾ, ਪਾਕਿਸਤਾਨ ਦੇ ਨਾਲ ਅਫਗਾਨਿਸਤਾਨ ਲੱਗਦਾ। US 20 ਸਾਲ ਅਫਗਾਨਿਸਤਾਨ 'ਚ ਰਿਹਾ, ਜਦੋਂ ਨਿਕਲੇ ਨੇ ਉਹਨਾਂ ਨੇ ਆਪਣੇ ਸਾਰੇ ਵੈਪਨ ਅਫਗਾਨਿਸਤਾਨ 'ਚ ਛੱਡਤੇ। देयर इज अ हाई पॉसिबिलिटी कि अफगानिस्तान चो कुछ पाकिस्तान च आया होवे ते पाकिस्तान चो कुछ बॉर्डर क्रॉस कीता होवे। अगर वो क्रिमिनल्स नूं पता सी कि मूसेवाला साहब कोल बुलेट प्रूफ कार आ, अगर वो इन्नी प्रिपरेशन च आए सीगे तां वो कोई बड़ा कार्ट्रिज लेके आए होने आ, शायद उन्हां कोल 50 BMG होवे। ये एक इन्वेस्टिगेशन दा मैटर आ, पर वो होल देख के नहीं लग रहा कि वो AK-74 आ। नहीं, ये BMG भी एक्सप्लेन करो, इट इज अ मशीन गन, वो भी थोड़ा सा एक्सप्लेन कर दो। बेसिकली ਜਿਹੜਾ 50 BMG ਇੱਕ ਸਨਾਈਪਰ ਰਾਈਫਲ ਚ ਰਾਉਂਡ ਪੈਂਦਾ ਹੈ। ਅਗਰ ਇਹਦੀ ਮਾਰ ਜਿਵੇਂ 2500 ਮੀਟਰ ਪਲੱਸ ਆ, ਅਫਗਾਨਿਸਤਾਨ ਦੇ ਵਿੱਚ ਬੜੇ ਬੜੇ ਰੈਕਰਡਸ ਨੇ ਜਿੱਥੇ ਸਨਾਈਪਰਸ ਨੇ 2-2 ਕਿਲੋਮੀਟਰ ਦੂਰ ਤੋਂ ਸ਼ਾਟ ਲਏ ਤੇ ਦੇ ਹੈਡ ਕਿਲਡ ਦੀ ਪੋਟੈਂਸ਼ੀਅਲ ਟਾਰਗੇਟ। ਮਤਲਬ ਬਹੁਤ ਹੀ ਬੜਾ ਰਾਉਂਡ ਆ। ਮੈਂ ਤੁਹਾਨੂੰ ਫੋਟੋ ਵੀ ਸੈਂਡ ਕੀਤੀ ਸੀ। ਅਗਰ ਤੁਸੀਂ ਕੰਪੈਰੀਜ਼ਨ ਦੇਖੋ, ਇਸ ਰਾਉਂਡ ਦਾ ਸਾਈਜ਼ ਇੱਕ ਆਈਫੋਨ ਜਿੰਨਾ, 5.5 ਇੰਚ ਤੋਂ ਬੜਾ ਰਾਉਂਡ ਹੈ। ਬੇਸਿਕਲੀ 7.62/39 ਜਾਂ AK-47 ਦਾ ਰਾਉਂਡ ਹੋ ਗਿਆ, AK-74 ਹੋ ਗਿਆ, SLR ਹੋ ਗਈ, ਆਪਣੇ ਹੋਰ ਜਿੰਨੀਆਂ ਪੱਕੀਆਂ ਰਾਈਫਲਾਂ ਨੇ ਉਹਨਾਂ ਤੋਂ ਇਹ ਘੱਟੋ ਘੱਟ ਡਬਲ ਸਾਈਜ਼ ਦਾ ਰਾਉਂਡ ਆ। ਥੋੜਾ ਤੋਂ ਜਾਨਣਾ ਚਾਹਾਂਗਾ ਵੀ ਜੋ ਤੁਸੀਂ ਓਵਰਆਲ ਮੌਕੇ ਵਾਰਦਾਤ ਵੀ ਜਿੰਨੀ ਤੁਸੀਂ ਦੇਖ ਪਾਏ ਹੋ, ਤੇ ਮੈਨੂੰ ਵੀ ਥੋੜੀ ਹੈਰਾਨੀ ਸੀ ਕਿਉਂਕਿ ਇਸ ਉੱਤੇ ਬੇਸ਼ੱਕ ਮੈਂ ਇੱਕ ਵੀਡੀਓ ਤਾਂ ਜ਼ਰੂਰ ਬਣਾਇਆ, ਲੇਕਿਨ ਮੈਂ ਅੱਜ ਤੱਕ ਇਸ ਚੀਜ਼ ਦੀ ਤਸਦੀਕ ਜਾਨਣਾ ਜ਼ਰੂਰ ਚਾਹਾਂਗਾ ਕਿ AN-94 ਦੀ ਥਿਊਰੀ ਆਈ ਕਿੱਥੋਂ। ਤੁਹਾਨੂੰ ਕੁਝ ਸਮਝ ਆਉਂਦਾ ਵੀ AN-94 ਤੁਸੀਂ ਸ਼ਾਇਦ ਜ਼ਿਕਰ ਕੀਤਾ ਵੀ ਸੀ ਮੇਰੇ ਨਾਲ ਜਾਂ ਹੁਣ ਵੀ ਕੀਤਾ ਕਿ ਅਮਰੀਕਾ ਦੇ ਵਿੱਚ ਸਿਰਫ 10 AN-94 ਨੇ। ਕਿੰਨੀ ਕੁ ਵਿਲੱਖਣ ਰਾਈਫਲ ਹੈ, ਇਹਦੀ ਅਵੇਲੇਬਿਲਿਟੀ ਕਿੱਡਾ ਵੱਡਾ ਇਸ਼ੂ ਹੈ? ਸਰ ਇਹਦੀ ਅਵੇਲੇਬਿਲਿਟੀ ਬਹੁਤ ਬੜਾ ਇਸ਼ੂ ਆ। ਜਦ ਉਹਨਾਂ ਨੇ ਡਿਵੈਲਪ ਕੀਤੀ, ਈਵਨ ਰਸ਼ੀਆ 'ਚ ਵੀ ਇਹ ਲਿਮਿਟਿਡ ਨੇ। ਮਤਲਬ ਮੇਰਾ ਕੁਐਸਚਨ ਇਹ ਆ ਕਿ ਅਗਰ ਉਹਨਾਂ ਨੂੰ 5.45/39 ਦਾ ਸਪੈਂਟ ਕਾਰਟ੍ਰਿਜ ਮਿਲਦਾ, ਜਿਹਨੂੰ ਖੋਲ ਕਹਿ ਦਿੰਦੇ ਆ, ਤਾਂ ਉਹ ਏਜੰਸੀਜ਼ ਕਿਵੇਂ ਸ਼ੋਰ ਨੇ ਕਿ AN-94 AK-74 ਨਹੀਂ ਆ? AK-74 AK-47 ਮਤਲਬ ਪਾਕਿਸਤਾਨ 'ਚ ਅਬੰਡੈਂਸ 'ਚ ਅਵੇਲੇਬਲ ਨੇ। ਉਹ ਇੰਨੀ why would they go to an extent to get an AN-94 to achieve something that can be achieved with the AK-47 or AK-74? ਮੇਰਾ ਸਵਾਲ ਇਹ ਆ। ਜਿਹੜੀ ਬੁਲਟ ਪ੍ਰੂਫਿੰਗ ਦਾ ਪੁਆਇੰਟ ਹੈ, ਕਿਉਂਕਿ ਬਹੁਤ ਬੁਲਟ ਪ੍ਰੂਫਿੰਗ ਦੇ ਉੱਤੇ ਗੱਲ ਹੋ ਰਹੀ ਹੈ, ਬੁਲਟ ਪ੍ਰੂਫਿੰਗ ਕਿਸ ਕੈਲੀਬਰ ਦੀ ਸੀ? ਤੁਸੀਂ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਕਾਰਟ੍ਰਿਜ ਦੀ ਆਪਣੀ ਸਟਰੈਂਥ ਪਲੱਸ ਬੁਲਟ ਪ੍ਰੂਫਿੰਗ ਮੈਟਰ ਕਰਦੀ ਹੈ। ਉਹ ਕਿੰਨਾ ਵੱਡਾ ਵੇਰੀਏਬਲ ਫੈਕਟਰ ਹੈ? ਦੇਖੋ ਜੀ, ਹੁਣ ਇਹ ਤਾਂ ਪਤਾ ਨਹੀਂ ਹੈ ਕਿ ਮੂਸੇਵਾਲਾ ਸਾਹਿਬ ਦੀ ਕਾਰ ਕਿਸ ਲੈਵਲ ਤੱਕ ਬੁਲਟ ਪ੍ਰੂਫ ਸੀ। ਮੈਂ ਇਮੈਜਿਨ ਕਰੂੰਗਾ ਜਿਹੜੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ, ਉਹ ਸਮਾਲ ਕਾਰਟ੍ਰਿਜ ਲਈ ਵਰਿਡ ਸੀਗੇ। ਉਹਨਾਂ ਨੇ ਕਦੇ ਬੜੇ ਕਾਰਟ੍ਰਿਜ ਦੀ ਮੇਰੇ ਨਾਲ ਗੱਲਬਾਤ ਨਹੀਂ ਕੀਤੀ। ਜਦ ਬੁਲਟ ਪ੍ਰੂਫ ਜੈਕਟ ਵੀ ਮੰਗ ਰਹੇ ਸੀ, ਉਹ ਸੌਫਟ ਬੋਡੀ ਆਰਮਰ ਮੰਗ ਰਹੇ ਸੀ। ਮੈਂ ਉਹਨਾਂ ਨੂੰ ਦੱਸਿਆ ਵੀ ਐ ਕਰਕੇ ਇਹ ਸਿਰਫ ਸਮਾਲ ਕਾਰਟ੍ਰਿਜ ਹੀ ਸਟਾਪ ਕਰ ਸਕਦਾ। ਸੋ ਇੱਕ ਮੇਰੀ ਅਜ਼ੰਪਸ਼ਨ ਹੈ ਕਿ ਸ਼ਾਇਦ ਉਹਨਾਂ ਦੀ ਗੱਡੀ ਸਮਾਲ ਕਾਰਟ੍ਰਿਜ ਤੱਕ ਹੀ ਬੁਲਟ ਪ੍ਰੂਫ ਹੋਵੇ। ਅਗਰ ਇਹ ਕੇਸ ਹੁੰਦਾ ਤੇ ਉਹ ਬੁਲਟ ਪ੍ਰੂਫ ਗੱਡੀ 'ਚ ਜਾਂਦੇ ਤੇ ਸਾਹਮਣੇ ਉਹ AK-47 ਜਾਂ AK-74 ਦੀ ਰਾਉਂਡ ਫਾਇਰਿੰਗ ਹੁੰਦੀ ਤਾਂ ਉਹ ਪੈਨੀਟ੍ਰੇਟ ਕਰਦੇ। ਅਗਰ ਉਹਨਾਂ ਦੀ ਗੱਡੀ ਹਾਇਰ ਥ੍ਰੈਟ ਲਈ ਬੁਲਟ ਪ੍ਰੂਫ ਹੁੰਦੀ ਤਾਂ ਹਾਈ ਚਾਂਸ ਸੀ ਕਿ ਮੂਸੇਵਾਲਾ ਸਾਹਿਬ ਦੀ ਜਾਨ ਬਚ ਜਾਂਦੀ। ਪਰ ਬੇਸਿਕਲੀ ਲੜਾਈ ਦੇ ਵਿੱਚ ਇਹ ਨਹੀਂ ਹੈ ਕਿ ਤੁਸੀਂ ਉੱਥੇ ਖੜ ਕੇ ਗੋਲੀਆਂ ਖਾਣੀਆਂ। ਜਦ ਇੱਕ ਫਾਇਰ ਹੋਇਆ ਤੁਸੀਂ ਉੱਥੋਂ ਭੱਜਣਾ, ਗੱਡੀ ਭਜਾ ਕੇ ਨਿਕਲਣਾ। ਅਗਰ ਤੁਸੀਂ ਖੜੇ ਰਹੋਗੇ ਫਿਰ ਤਾਂ ਸਾਰੇ ਬੁਲਟਸ ਵੀ ਪੈਨੀਟ੍ਰੇਟ ਕਰ ਦਾਂਗੇ। ਮਤਲਬ ਇੱਕ ਥਿਊਰੀ ਹੈ ਕਿ ਇੱਕ ਸੇਫ ਆ। ਅਗਰ ਤੁਸੀਂ ਮੈਨੂੰ ਅੱਧਾ ਘੰਟਾ ਦੇ ਦਿਓ, ਮੈਂ ਸੇਫ ਕੱਟ ਕੇ ਵੀ ਵੜ ਜਾਊਂਗਾ। ਬੇਸਿਕਲੀ ਟਾਈਮ ਉੱਥੇ ਜਿਹੜੇ ਬੁਲਟ ਪ੍ਰੂਫ ਦਾ ਮਤਲਬ ਹੀ ਹੈ ਕਿ ਜੇ ਗੋਲੀ ਚੱਲੀ, ਯੂ ਨੀਡ ਟੂ ਗੈਟ ਦ ਹੈਲ ਆਊਟ ਦੇਅਰ। ਇਸਦਾ ਮਤਲਬ ਇਹ ਹੈ ਕਿ ਇੰਨੀ ਕੁ ਸਮਝ ਆਪਾਂ ਐਕਸਪੈਕਟ ਕਰਦੇ ਵੀ ਜਿੰਨੀ ਬੁਲਟ ਪ੍ਰੂਫਿੰਗ ਆਪਣੇ ਭਾਰਤ ਵਿੱਚ ਹੁੰਦੀ ਹੈ, ਇੰਡੀਆ ਵਿੱਚ, ਪੰਜਾਬ ਵਿੱਚ। ਆਈ ਡੋਂਟ ਨੋ ਤੁਸੀਂ ਪੰਜਾਬ ਕਦੇ ਆਏ ਹੋ, ਕਿੰਨਾ ਆਏ ਹੋ, ਨਹੀਂ ਆਏ ਹੋ। ਇੱਥੋਂ ਬੁਲਟ ਪ੍ਰੂਫਿੰਗ ਦੇ ਅਲੱਗ-ਅਲੱਗ ਫੈਕਟਰੀਜ਼ ਨੇ ਜੋ ਕਿ ਬੁਲਟ ਪ੍ਰੂਫਿੰਗ ਦਿੰਦੇ ਨੇ। ਕੀ ਸਾਡੇ ਲੋਕਾਂ ਨੂੰ ਐਡੀ ਸਮਝ ਹੈ ਕਿ ਬੁਲਟ ਪ੍ਰੂਫਿੰਗ ਦੇ ਵਿੱਚ ਕਿੰਨਾ ਡਿਫਰੈਂਸ ਕਰਨਾ ਹੈ? ਤੇ ਇਹ ਬੜੀ ਵੱਡੀ ਗੱਲ ਹੈ ਵੀ ਤੁਸੀਂ ਕਹਿ ਰਹੇ ਹੋ ਸੌਫਟ ਬੋਡੀ ਆਰਮਰ ਦੀ ਗੱਲ ਕਰ ਰਹੇ ਸੀ। ਉਹ ਸ਼ਾਇਦ ਉਹਨਾਂ ਨੂੰ ਇਹ ਡਾਊਟ ਸੀ ਕਿ ਉਹਨਾਂ ਤੇ ਹਮਲਾ ਕਿਸੇ ਪਬਲਿਕ ਮੀਟਿੰਗ ਦੇ ਵਿੱਚ ਹੋ ਸਕਦਾ ਹੈ, ਇਲੈਕਸ਼ਨ ਦਾ ਕੈਂਪੇਨ ਕਰ ਰਹੇ ਸੀ, ਬਟ ਇਹ ਤਾਂ ਐਕਸਪੈਕਟ ਨਹੀਂ ਕਰਤਾ ਕਿ ਅਸੌਲਟ ਰਾਈਫਲਾਂ ਦੇ ਨਾਲ ਲੋਕ ਆ ਜਾਣਗੇ ਇਹ ਤੇ ਹਮਲਾ ਕਰਨਗੇ। ਬਿਲਕੁਲ ਜੀ, ਜਦ ਮੇਰੀ ਉਹਨਾਂ ਨਾਲ ਗੱਲਬਾਤ ਹੁੰਦੀ ਕਿਤੇ ਉਹਨਾਂ ਨੇ ਇਹ ਮੈਂਸ਼ਨ ਨਹੀਂ ਕੀਤਾ ਕਿ ਉਹਨਾਂ ਨੂੰ ਕੋਈ ਹਾਇਰ ਕੈਲੀਬਰ ਤੋਂ ਥ੍ਰੈਟ ਆ। ਬੇਸਿਕਲੀ ਉਹ ਇਹੀ ਗੱਲ ਕਹਿੰਦੇ ਸੀ ਕੋਈ ਯਾਰ ਸਮਾਲ ਆਰਮਸ ਨੇ, ਕੋਈ 32 ਬੋਰ ਹੋਏਗਾ, ਕੋਈ 9 ਮਿਲੀਮੀਟਰ, ਕੋਈ 45 ਹੋਏਗਾ। ਜਿਹੜੀ ਬੁਲਟ ਪ੍ਰੂਫਿੰਗ ਦੀ ਆਪਾਂ ਗੱਲ ਕਰਦੇ ਹਾਂ, ਅਗਰ ਮੈਂ ਉਹਨਾਂ ਨੂੰ ਕਹਾਂ ਕਿ ਮੇਰੀ ਕਾਰ ਤੁਸੀਂ SLR ਤੱਕ ਬੁਲਟ ਪ੍ਰੂਫ ਕਰ ਦਿਓ ਤਾਂ ਉਹ 3 ਰਾਉਂਡਸ ਸ਼ੀਸ਼ੇ ਤੇ SLR ਦੇ ਫਾਇਰ ਕਰਕੇ ਦੇਖਣਗੇ। ਅਗਰ ਉਹ ਰਾਉਂਡਸ ਨਹੀਂ ਪੈਨੀਟ੍ਰੇਟ ਹੁੰਦੇ ਤਾਂ ਗਲਾਸ ਅਪਰੂਵਡ ਆ। ਤੇ ਬੇਸਿਕਲੀ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਸੀ ਕਿ ਜਦ ਤੁਸੀਂ ਗਨ ਫਾਈਟ ਚੋਂ ਤਾਂ ਤੁਸੀਂ ਉੱਥੇ ਖੜਨਾ ਨਹੀਂ ਆ, ਤੁਸੀਂ ਇੱਕ ਸਿਟਿੰਗ ਡਕ ਨਹੀਂ ਬਣਨਾ।
ਜਾਂ ਗੋਲੀਆਂ ਚੱਲ ਰਹੀਆਂ ਨੇ, ਤੁਹਾਨੂੰ ਪਤਾ ਲੱਗ ਗਿਆ ਕਿ ਫਾਇਰ ਹੋ ਗਿਆ, ਤੁਹਾਨੂੰ ਕੋਸ਼ਿਸ਼ ਇਹੀ ਹੈ ਕਿ ਉੱਥੋਂ ਭੱਜਣਾ। ਮੇਰੇ ਹਿਸਾਬ ਨਾਲ ਜਿੰਨੀ ਮੂਸੇਵਾਲਾ ਸਾਹਿਬ ਨੂੰ ਥ੍ਰੈਟ ਸੀ, ਇਹਨਾਂ ਕੋਲ ਇੱਕ ਪਾਇਲਟ ਦੀ ਜ਼ਰੂਰਤ ਸੀਗੀ। ਅਗਰ ਤੁਸੀਂ ਪਾਇਲਟ ਦੇਖਿਓ ਜੀ, ਗਨਮੈਨ ਪਿੱਛੇ ਨੂੰ ਮੂੰਹ ਕਰਕੇ ਬੈਠੇ ਹੁੰਦੇ ਤਾਂ ਕਿ ਉਹ ਛੇਤੀ ਨਿਕਲ ਕੇ ਫਾਇਰ ਰਿਟਰਨ ਕਰ ਸਕਣ। ਅਗਰ ਬੁਲਟ ਪ੍ਰੂਫ ਗੱਡੀ 'ਚ ਵੀ ਮੂਸੇਵਾਲਾ ਸਾਹਿਬ ਨਾਲ ਗਨਮੈਨ ਹੁੰਦੇ ਤੇ ਜਿਹੜੇ ਕ੍ਰਿਮੀਨਲਸ ਨਹੀਂ, ਅਗਰ ਉਹ ਮੱਥ ਕੇ ਆਏ ਸੀ ਕਿ ਅਸੀਂ ਲੜਨਾ ਹੀ ਲੜਨਾ, ਚਾਹੇ ਗਨਮੈਨ ਹੈਗੇ ਆ ਚਾਹੇ ਬੁਲਟ ਪ੍ਰੂਫ ਗੱਡੀ ਹੈਗੀ ਆ, ਤਾਂ ਇਸ ਸਿਨੈਰੀਓ ਦੇ ਵਿੱਚ ਜਿਹੜੇ ਗਨਮੈਨ ਵੀ ਸੀ ਉਹਨਾਂ ਦਾ ਬੈਸਟ ਅਪਰੋਚ ਇਹੀ ਸੀ ਕਿ ਗੱਡੀ ਉੱਥੋਂ ਭਜਾ ਕੇ ਨਿਕਲਦੇ, ਆਪਣਾ ਮੌਕਾ ਦੇਖਦੇ। ਅਗਰ ਉਹ ਥੱਲੇ ਉਤਰ ਜਾਂਦੇ ਗੱਡੀ ਤੋਂ ਤੇ ਤਿੰਨੋਂ ਤਰਫ ਤੋਂ ਫਾਇਰ ਹੋ ਰਿਹਾ ਸੀ, 2 ਬੰਦਿਆਂ ਦਾ ਤਾਂ ਸਰ ਹੌਸਲਾ ਹੀ ਟੁੱਟ ਜਾਂਦਾ। ਜਿਹੜੀ ਸਿਕਿਉਰਿਟੀ ਆ, 2 ਬੰਦਿਆਂ ਦੀ ਸਿਕਿਉਰਿਟੀ ਕੁਛ ਨਹੀਂ ਆ, ਘੱਟੋ ਘੱਟ 4-5 ਬੰਦੇ ਹੋਣ। ਕਈ ਵਾਰ ਕੀ ਹੁੰਦਾ, ਜਾਂ ਫਾਇਰਿੰਗ ਹੁੰਦੀ ਆ, ਬੰਦੇ ਦੀ ਹਿੰਮਤ ਨਹੀਂ ਹੁੰਦੀ ਫਾਇਰਿੰਗ ਰਿਟਰਨ ਕਰਨ ਦੀ, ਜਿੰਨੇ ਮਰਜ਼ੀ ਆਪਣੇ ਟ੍ਰੇਨਡ ਕਮਾਂਡੋਜ਼ ਨੇ ਪੰਜਾਬ ਦੇ ਵਿੱਚ। ਹੁਣ ਇੱਥੇ ਅਸੀਂ ਯੂਐਸ ਦੇ ਵਿੱਚ ਜਾਂ ਮਰਜ਼ੀ ਜਾ ਕੇ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ। ਮੇਰੇ ਹਿਸਾਬ ਨਾਲ ਜਿਹੜੀ ਪੰਜਾਬ ਪੁਲਿਸ ਆ, ਉਹਨਾਂ ਨੂੰ ਲਿਮਿਟਿਡ ਰਾਉਂਡਸ ਮਿਲਦੇ ਹੋਣੇ ਨੇ, ਉਹ ਲਿਮਿਟਿਡ ਪ੍ਰੈਕਟਿਸ ਕਰਦੇ ਹੋਣੇ ਆ। ਜਿੰਨੀ ਤੁਸੀਂ ਪ੍ਰੈਕਟਿਸ ਕਰੋਗੇ ਓਨਾ ਤੁਹਾਡਾ ਮਨੋਬਲ ਵੱਧਦਾ। ਇੱਥੇ ਕਦੇ ਤੁਹਾਡਾ ਕਿਉਂਕਿ ਤੁਸੀਂ ਦੱਸਿਆ ਵੀ ਸਨੈਪਚੈਟ ਤੇ ਤੁਸੀਂ ਸਿੱਧੂ ਮੂਸੇਵਾਲਾ ਹੋਣਾ ਦੇ ਨਾਲ ਗੱਲਬਾਤ ਕੀਤੀ, ਮੈਂ ਇਸ ਰਿਪੋਰਟ ਦੇ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਹ ਵਿਵਾਦਾਂ ਦੇ ਵਿੱਚ ਇਸੇ ਵਾਸਤੇ ਕਿ ਉਹ AK-47 ਚਲਾ ਰਹੇ ਨੇ ਜੀ ਪੁਲਿਸ ਦੀ ਰੇਂਜ ਦੇ ਵਿੱਚ, ਫਿਰ ਉਹਦਾ ਵੀਡੀਓ ਬਣ ਗਿਆ, ਫਿਰ ਉਹਨਾਂ ਦੇ ਪਰਚਾ ਦਰਜ ਹੋ ਗਿਆ, ਸਾਰਾ ਗੱਲਬਾਤ ਹੋਈ। ਉਸ ਦੌਰ ਦੇ ਵਿੱਚ ਤੁਹਾਡੀ ਕਦੇ ਉਹਨਾਂ ਨਾਲ ਕੋਈ ਗੱਲਬਾਤ ਹੋਈ ਵੀ ਆ ਜੋ ਵੀ ਉਹ ਭਾਰਤ ਵਿੱਚ ਕਰ ਰਹੇ ਨੇ, ਕਿਉਂ ਅਸੌਲਟ ਰਾਈਫਲਾਂ ਚਲਾ ਰਹੇ ਨੇ, ਕੀ ਲੋੜ ਹੈ ਇਸ ਚੀਜ਼ ਦੀ, ਤੇ ਇਹਦੀ ਜੇ ਮਤਲਬ ਕੋਈ ਜ਼ਿਕਰ ਹੋਇਆ, ਚਰਚਾ ਹੋਈ? ਦੇਖੋ ਜੀ, ਮੂਸੇਵਾਲਾ ਸਾਹਿਬ ਨੂੰ ਹਥਿਆਰ ਪਸੰਦ ਸੀਗੇ, ਤਾਂ ਹੀ ਸਾਡੀ ਗੱਲਬਾਤ ਹੁੰਦੀ ਸੀ ਕਿ ਮੈਨੂੰ ਵੀ ਹਥਿਆਰ ਪਸੰਦ ਨੇ। ਆਪਣੇ ਇੰਡੀਆ ਦੇ ਵਿੱਚ ਇੱਕ ਕਿਸੇ ਨੇ, ਉਹਨਾਂ ਨੇ ਅਗਰ ਸੈਮੀ ਆਟੋ ਫਾਇਰ ਕਰ ਵੀ ਦਿੱਤੇ, ਉਹਦਾ ਐਡੀ ਬੜੀ ਗੱਲ ਬਣਾ ਦਿੱਤੀ ਕਿ ਅਸੌਲਟ ਰਾਈਫਲ ਚਲਾ ਰਹੇ ਆ, ਫਲਾਣਾ ਚਲਾ ਰਹੇ ਆ, ਕੋਈ ਐਡੀ ਗੱਲ ਨਹੀਂ ਸੀਗੀ। ਯੂਐਸ ਦੇ ਵਿੱਚ ਇਹ ਨਾਰਮਲ ਗੱਲ ਆ, ਹਰ ਘਰ 'ਚ 2-4 AK-47 ਪਈਆਂ ਹੋਈਆਂ। ਉਸ ਸਮੇਂ ਹੀ ਮੈਂ ਮੂਸੇਵਾਲਾ ਸਾਹਿਬ ਨੂੰ ਕੰਟੈਕਟ ਕੀਤਾ ਸੀ। ਮੈਂ ਮੂਸੇਵਾਲਾ ਸਾਹਿਬ ਨੂੰ ਕਿਹਾ ਸੀ, ਅਗਰ ਤੁਸੀਂ AK-47 ਵਗੈਰਾ ਕੋਈ ਵੀ ਵੈਪਨ ਚਲਾਉਣਾ ਚਾਹੁੰਦੇ, ਤੁਸੀਂ ਯੂਐਸ 'ਚ ਆਓ, ਜਿੰਨੇ ਰਾਉਂਡ ਕਹੋਗੇ ਤੁਸੀਂ ਚਲਾ ਸਕਦੇ। ਇੰਡੀਆ ਦੇ ਵਿੱਚ ਆਪਣੇ ਕਲਚਰ ਹੀ ਐਸਾ ਕਿ ਅਗਰ ਕਿਸੇ ਨੇ AK-47 ਚਲਾਤੀ, ਉਹਦਾ ਬੜਾ ਮੁੱਦਾ ਬਣਾ ਦੇਣਾ। ਯੂਐਸ ਦੇ ਵਿੱਚ ਇੱਕ ਨਾਰਮਲ ਗੱਲ ਆ, ਤੁਸੀਂ ਉਰੇ ਨਾਰਮਲ ਆਮ ਬੰਦਾ ਵੀ 15-15, 20 ਗਨਸ ਨੇ। AK-47 ਕੋਈ ਬੜੀ ਗੱਲ ਨਹੀਂ ਆ, ਆਪਾਂ ਉਹਨੂੰ ਵਧਾ ਚੜਾ ਕੇ ਗੱਲਾਂ ਕਹਿੰਦੇ ਕਿ ਬਹੁਤ ਸੋਫਿਸਟੀਕੇਟਡ ਵੈਪਨ ਆ, ਟ੍ਰੇਨਿੰਗ ਕਿੱਥੋਂ ਲਈ, ਮਤਲਬ these are all just made up stuff। ਮੂਸੇਵਾਲਾ ਸਾਹਿਬ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਜਾਣ ਕੇ। ਹਥਿਆਰਾਂ ਦਾ ਸ਼ੌਂਕ ਹੋਣਾ ਕੋਈ ਗਲਤ ਗੱਲ ਨਹੀਂ ਆ। ਇੱਥੇ ਮੇਰਾ ਬੜਾ, ਤੁਸੀਂ ਹੁਣ ਐਸੀ ਦੁੱਖ ਦੀ ਰਗ ਟੱਚ ਕਰ ਲਈ ਹੈ। ਦੇਖੋ, ਇੱਥੇ ਬੜੀ ਵੱਡੀ ਡਿਬੇਟ ਚੱਲੀ ਹੈ। ਸਿੱਧੂ ਮੂਸੇਵਾਲਾ ਨੇ ਗਾਣਾ ਬਣਾਇਆ, ਇਸ ਤੋਂ ਪਹਿਲਾਂ ਸੰਜੇ ਦੱਤ ਜੋ ਕਿ ਅੱਜ ਉਹਨਾਂ ਦੇ ਪਰਿਵਾਰ ਦੇ ਨਾਲ ਮਿਲੇ ਨੇ, ਸੋਗ ਉਹਨਾਂ ਨੇ ਪ੍ਰਗਟਾਇਆ ਹੈ। ਸੋ AK-56 ਸੰਜੇ ਦੱਤ ਨੇ ਰੱਖੀ ਹੋਈ ਸੀ ਤੇ ਸੰਜੂ ਦੇ ਉੱਤੇ ਗਾਣਾ ਉਹਨਾਂ ਦਾ ਬਣਿਆ, ਹਥਿਆਰਾਂ ਦੇ ਨਾਲ ਉਹ ਦੇਖੇ ਗਏ, ਵੀਡੀਓ ਬਣੇ, ਪਰਚੇ ਦਰਜ ਹੋਏ, ਸਾਰਾ ਸਭ ਕੁਝ ਹੋਇਆ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਲਾਇਸੈਂਸੀ ਹਥਿਆਰ ਰੱਖਣ ਦੀ ਗੱਲ ਕਹੀ ਹੈ। ਸੋ ਆ ਜਿਹੜਾ ਅਮਰੀਕਾ ਦੇ ਵਿੱਚ ਹਰ ਚੌਥੇ ਦਿਨ ਹੀ ਖਬਰ ਆ ਜਾਂਦੀ ਹੈ, ਮੈਸ ਸ਼ੂਟਿੰਗਸ ਹੋਈਆਂ, ਅੱਜ 15 ਮਰ ਗਏ, ਅੱਜ 4 ਮਰ ਗਏ, ਅੱਜ 18 ਮਰ ਗਏ, ਬਹੁਤ ਘਟਨਾਵਾਂ ਹੁੰਦੀਆਂ ਨੇ। ਇੱਕ ਜਸਟੀਫਿਕੇਸ਼ਨ ਹੈ ਵੀ ਹਥਿਆਰ ਨਾ ਰੱਖੋ, ਹਥਿਆਰ ਖਤਰਨਾਕ ਨੇ, ਲੇਕਿਨ ਅਮਰੀਕਾ ਦੇ ਵਿੱਚ ਇਸ ਚੀਜ਼ ਉੱਤੇ ਰੋਕ ਨਹੀਂ ਲੱਗ ਰਹੀ। ਮੰਨਿਆ ਜਾ ਰਿਹਾ ਕਿ ਹਥਿਆਰਾਂ ਦੀ ਲੌਬੀ, ਵੈਪਨਸ ਲੌਬੀ ਬਹੁਤ ਸਟਰੋਂਗ ਹੈ, ਇੰਡਸਟਰੀ ਬਹੁਤ ਸਟਰੋਂਗ ਹੈ। ਤੁਸੀਂ ਵੀ ਉਹ ਇੰਡਸਟਰੀ ਦੇ ਵਿੱਚੋਂ ਹੋ, ਤੁਸੀਂ ਇਸ ਹਥਿਆਰਾਂ ਦੇ ਇਸ਼ੂ ਨੂੰ ਫਿਲੋਸੋਫਿਕਲੀ, ਕਨਸੈਪਚੁਅਲੀ ਕਿਵੇਂ ਵੇਖਦੇ ਹੋ? ਦੇਖੋ ਜੀ, ਪਹਿਲਾਂ ਤਾਂ ਮੈਂ ਜਥੇਦਾਰ ਸਾਹਿਬ ਦੇ ਇਸ ਬਿਆਨ ਦਾ ਸਵਾਗਤ ਕਰਦਾ। ਕਿਸੇ ਜ਼ਮਾਨੇ 'ਚ ਲੋਕ ਗੱਡਿਆਂ ਤੇ, ਕਾਰਾਂ ਤੇ, ਸਕੂਟਰਾਂ ਤੇ ਆਉਂਦੇ ਸੀ, ਹੁਣ ਗੱਡੀਆਂ ਮਾਡਰਨਾਈਜ਼ ਹੋ ਗਈਆਂ। ਉਸ ਹਿਸਾਬ ਨਾਲ ਸਾਰਿਆਂ ਨੂੰ ਆਪਾਂ ਅਗਰ ਹਥਿਆਰ ਰੱਖਦੇ ਤਾਂ ਮਾਡਰਨ ਹਥਿਆਰ ਰੱਖਣੇ ਚਾਹੀਦੇ ਨੇ, ਸਮੇਂ ਦੀ ਲੋੜ ਹੈ। ਤੇ ਅਗਰ ਹੁਣ ਆਪਾਂ ਉਰੇ ਸਕੂਲ ਸ਼ੂਟਿੰਗਸ ਦੀ ਗੱਲ ਕਰ ਲਈਏ, ਯੂਐਸ ਦੇ ਵਿੱਚ 2 ਲੌਬੀਜ਼ ਨੇ, ਇੱਕ ਪ੍ਰੋ ਗਨ ਨੇ, ਇੱਕ ਐਂਟੀ ਗਨ ਨੇ। ਜਿਹੜੇ ਐਂਟੀ ਗਨ ਨੇ, ਤੁਸੀਂ ਕੁਝ ਮਰਜ਼ੀ ਗੱਲ ਕਰ ਲਿਓ, ਉਹਨਾਂ ਦਾ ਇੱਕ ਮਕਸਦ ਆ ਸਾਰੀਆਂ ਗਨਸ ਲੈਣੀਆਂ। ਹੁਣ ਮੈਂ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਅਗਰ ਇਹ ਯੂਕਰੇਨ ਨੂੰ $18 ਬਿਲੀਅਨ ਦੇ ਸਕਦੇ ਨੇ, ਕੀ ਇਹ ਸਕੂਲ ਦੇ ਬਾਹਰ 4 ਪੁਲਿਸ ਵਾਲੇ ਨਹੀਂ ਲਾ ਸਕਦੇ? ਇਹਨਾਂ ਦੀ ਸਰਕਾਰੀ ਦਫ਼ਤਰ ਦੇਖ ਲਿਓ, ਸਾਰੇ ਤੇ ਮੈਟਲ ਡਿਟੈਕਟਰ ਲੱਗਿਆ, ਸਭ ਤੇ ਪੁਲਿਸ ਲੱਗੀ ਹੈ। ਇੱਥੇ ਵੀ ਪੋਲਿਟਿਕਸ ਕੀਤੀ ਜਾ ਰਹੀ ਹੈ ਗਨਸ ਦੇ ਇਸ਼ੂ ਤੇ। ਕੋਈ ਵੀ ਗੱਲ ਵਾਰਦਾਤ ਹੁੰਦੀ ਹੈ, ਗਨਸ ਤੇ ਸਿੱਟ ਦਿੰਦੇ ਨੇ। ਮੇਨ ਮੁੱਦੇ ਤੋਂ ਧਿਆਨ ਭਟਕਾਉਣ ਦਾ ਇੱਕ ਇਹ ਤਰੀਕਾ ਪੰਜਾਬ ਦੇ ਇਹ ਚੀਜ਼ ਤੁਸੀਂ ਇਸ ਵਾਸਤੇ ਤਾਂ ਨਹੀਂ ਕਹਿ ਰਹੇ ਕਿ ਤੁਸੀਂ ਖੁਦ ਹੀ ਗਨ ਮੈਨੂਫੈਕਚਰ ਹੋ, ਤੁਸੀਂ ਟ੍ਰੇਡ ਹੋ, ਟ੍ਰੇਡ ਦੇ ਵਿੱਚ ਹੋ, ਟ੍ਰੇਡ ਦੇ ਲਾਭ ਹੈ ਤੁਹਾਨੂੰ, ਥੋੜਾ ਜਿਹਾ ਵੈਸਟਡ ਇੰਟਰਸਟ ਹੋ ਗਿਆ। ਸੋ ਲੇਕਿਨ ਅਦਰਵਾਈਜ਼ ਗਨ ਕਲਚਰ ਨੂੰ ਤਾਂ ਸਾਡੇ ਇੱਥੇ ਬਹੁਤ ਮੰਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਤੁਸੀਂ ਮੈਨੂੰ ਇਹ ਦੱਸੋ ਕਿ ਜਿਹੜੀ ਪੁਲਿਸ ਤਾਂ ਵਾਰਦਾਤ ਹੋਣ ਤੋਂ ਬਾਅਦ ਆਉਂਦੀ ਆ, ਉਹਨੂੰ ਰਿਸਪੌਂਡਰ ਕਹਿੰਦੇ ਆ। ਮੌਕਾ ਹੀ ਵਾਰਦਾਤ ਤੇ ਤੁਸੀਂ ਆਪਣੀ ਹਿਫਾਜ਼ਤ ਆਪ ਹੀ ਕਰੋਗੇ ਨਾ। ਹੁਣ ਇੱਕ ਜ਼ਿਲ੍ਹੇ ਦਾ ਆਪਾਂ ਲਾ ਲਈਏ, ਜ਼ਿਲ੍ਹੇ 'ਚ ਹੁਣ ਸ਼ਾਇਦ ਲੱਖ ਲੋਕ ਹੋਣਗੇ, 100 ਪੁਲਿਸ ਵਾਲੇ ਹਰ ਟਾਈਮ ਕਿੱਥੇ ਹੋ ਸਕਦੇ ਨੇ। ਮੌਕੇ ਤੇ ਤੁਸੀਂ ਆਪਣੀ ਹਿਫਾਜ਼ਤ ਆਪ ਕਰ ਸਕਦੇ ਹੋ। ਪੁਲਿਸ ਸਿਰਫ ਰਿਸਪੌਂਡ ਕਰਦੀ ਹੈ ਇਵੈਂਟ ਨੂੰ। ਜਦ ਕੋਈ ਵਾਰਦਾਤ ਹੋ ਜਾਂਦੀ ਹੈ, ਉਹ ਜਦ ਆਉਂਦੀ ਆ। ਪੰਜਾਬ ਪੁਲਿਸ ਤਾਂ ਆਪਣੇ ਮਸ਼ਹੂਰ ਆ ਕਿ ਬਈ ਘੰਟੇ 'ਚ ਵੀ ਆ ਜਾਵੇ, ਬਹੁਤ ਬੜੀ ਗੱਲ ਆ। ਗੋਲੀ ਤਾਂ 30 ਸੈਕਿੰਡ ਦੇ ਅੰਦਰ ਚੱਲ ਜਾਂਦੀ ਆ। ਸੋ ਬੇਸਿਕਲੀ ਤੁਸੀਂ ਇਹ ਮੰਨਦੇ ਹੋ ਕਿ ਜਿਹੜੀ ਗੱਲਾਂ ਬਾਤਾਂ
ਗਨਸ ਦੇ ਨਾਲ ਰਿਲੇਟਡ ਨੇ, ਸਾਡੇ ਬੇਸਿਕਲੀ ਸਟੀਰੀਓਟਾਈਪਸ ਨੇ ਵੀ। ਨਸ਼ਿਆਂ ਦੀ ਗੱਲ ਕਰ ਲਈਏ, ਗਨਸ ਨੂੰ ਲੈ ਕੇ, ਇੱਕ ਨਸ਼ੇ ਦਾ ਚਲੋ ਇੱਕ ਵੱਖਰਾ ਕਨਸੈਪਟ ਹੈ, ਲੇਕਿਨ ਗਨਸ ਨੂੰ ਲੈ ਕੇ ਬੜਾ ਐਲਰਜੀ ਹੈ ਸਾਡੇ ਇੱਥੇ, ਸਿਸਟਮ ਦੇ ਵਿੱਚ ਐਲਰਜੀ ਹੈ, ਬੜਾ ਸਾਡਾ ਅਲਾਰਮਿਸਟ ਐਟੀਟਿਊਡ ਹੈ ਗਨਸ ਨੂੰ ਲੈ ਕੇ। ਲੇਕਿਨ ਅਮਰੀਕਾ ਤੋਂ ਸਾਨੂੰ ਸਿੱਖਣ ਦੀ ਲੋੜ ਹੈ, ਉੱਥੇ ਦੀ ਮੈਸ ਸ਼ੂਟਿੰਗਸ ਨੂੰ ਦੇਖ ਕੇ ਸਾਨੂੰ ਉਸ ਤੋਂ ਡਰਨ ਦੀ ਲੋੜ ਹੈ, ਆਪਣੇ ਸਮਾਜ ਦੇ ਵਿੱਚ ਕੀ ਸੇਧ ਦੇਣ ਦੀ ਲੋੜ ਹੈ। ਐਜ਼ ਏ ਗਨ ਮੈਨੂਫੈਕਚਰਰ ਆਈ ਨੋ ਕਿ ਤੁਸੀਂ ਆਪਣੀ ਇੰਡਸਟਰੀ ਦਾ ਪੱਖ ਪੂਰਨਾ ਹੈ, ਲੇਕਿਨ ਇਸ ਐਗਜ਼ਾਮਪਲ ਤੋਂ ਸਿੱਧੂ ਮੂਸੇਵਾਲਾ ਹੋਣਾ ਦੀ ਹੱਤਿਆ ਤੋਂ ਬਾਅਦ ਆਪਾਂ do we need to change the way we look at our guns and the gun culture, or the need to defend ourselves through armed weapons? ਦੇਖੋ ਜੀ, ਗਨਸ ਰੱਖਣੀਆਂ ਕੋਈ ਗਲਤ ਗੱਲ ਨਹੀਂ। ਆਪਾਂ ਇੰਗਲੈਂਡ ਦੀ ਇੱਕ ਐਗਜ਼ਾਮਪਲ ਲਗਾ ਲੈਂਦੇ ਹਾਂ। ਇੰਗਲੈਂਡ ਦੇ ਵਿੱਚ ਉਹਨਾਂ ਨੇ ਪਿਸਟਲਸ, ਰਾਈਫਲਸ ਬੈਨ ਕਰਤੀਆਂ। ਹੁਣ ਉਹ ਕਹਿੰਦੇ ਵੀ ਅਸੀਂ ਨਾਈਫਸ ਬੈਨ ਕਰ ਦੇਣੇ। ਕ੍ਰਾਈਮ ਨੇ ਕਦੇ ਨਹੀਂ ਘਟਣਾ ਹੈਗਾ। ਜਿਹੜਾ ਕ੍ਰਿਮੀਨਲ ਆ ਉਹਨੂੰ ਗਨ ਲੈ ਲਓਗੇ, ਉਹ ਗੱਡੀ ਚੜਾ ਦੇਗਾ। ਫਰਾਂਸ ਦੇ ਵਿੱਚ ਇੱਕ ਸਿਚੁਏਸ਼ਨ ਹੋਈ ਜਿੱਥੇ ਇੱਕ ਬੰਦੇ ਨੇ ਗੱਡੀ ਨਾਲ 30-35 ਬੰਦੇ ਮਾਰਤੇ। ਇਹ ਗਨਸ ਦੇ ਤਾਂ ਬਾਰ-ਬਾਰ ਇੱਕ ਬਲੇਮ ਲਾਉਣਾ ਹੈ, ਈਜ਼ੀ ਟਾਰਗੇਟ ਆ। ਬਾਕੀ ਗੱਲ ਇਹ ਹੈ ਕਿ ਮੈਂ ਮੰਨ ਲੈਂਦਾ ਕਿ ਅਸੀਂ ਸਾਰੀਆਂ ਗਨਸ ਛੱਡ ਦਿੰਦੇ ਆ, ਪਰ ਸਾਨੂੰ ਸਰਕਾਰ ਇਸ ਗੱਲ ਦਾ ਯਕੀਨ ਦਿਲਾ ਦੇਵੇ, ਚਾਹੇ ਉਹ ਅਮਰੀਕਾ ਦੀ ਸਰਕਾਰ ਆ, ਚਾਹੇ ਉਹ ਪੰਜਾਬ ਦੀ ਆ ਜਾਂ ਇੰਡੀਆ ਦੀ ਆ, ਕਿ ਅਸੀਂ ਇੱਕ ਆਮ ਬੰਦਾ ਸੇਫ ਆ। ਜਦ ਇਹਨਾਂ ਤੋਂ ਡਰੱਗ ਨਹੀਂ ਰੁਕ ਰਹੇ, ਠੀਕ ਹੈ ਜੀ, ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਨੇ, ਤੇ ਆਪ ਤਾਂ ਸਾਰੇ ਇਹ 20-20, 25-25, 30-30 ਕਮਾਂਡੋ ਲੈ ਕੇ ਫਿਰ ਰਹੇ ਆ। ਜਿੰਨੇ ਬੰਦੇ, ਜਿੰਨੀ ਹਾਈ ਸਿਕਿਉਰਿਟੀ, ਉਹ ਦੂਏ ਨੂੰ ਕਹਿੰਦੇ ਨੇ ਕਿ ਤੁਸੀਂ ਗਨਸ ਨਾ ਲੈ ਕੇ ਫਿਰੋ। ਪਹਿਲਾਂ ਮੈਂ ਕਹਿਣਾ ਭਗਵੰਤ ਮਾਨ ਸਾਹਿਬ ਨੂੰ ਵੀ ਇਹ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ ਕਿ ਆਪਣੀ ਸਿਕਿਉਰਿਟੀ ਘਟਾਓ, ਲੋਕਾਂ ਲਈ ਐਗਜ਼ਾਮਪਲ ਸੈੱਟ ਕਰੋ ਕਿ ਕਿਸੇ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੈ। ਐਸਾ ਮਾਹੌਲ ਬਣਾ ਦਿਓ ਪੰਜਾਬ 'ਚ ਕਿ ਲੋਕਾਂ ਨੂੰ ਗਨਸ ਦੀ ਲੋੜ ਨਾ ਪਵੇ। ਖੈਰ, ਇਹ ਤਾਂ ਤੁਸੀਂ ਬੜੀ ਮੁਸ਼ਕਿਲ ਗੱਲ ਕਹਿਤੀ, ਕਿਉਂਕਿ ਇਹ ਮਾਹੌਲ ਮਤਲਬ ਕਹਿਣ ਦੀਆਂ ਗੱਲਾਂ ਨਹੀਂ, ਲੇਕਿਨ ਮਾਹੌਲ ਕੋਈ ਜ਼ਿਆਦਾ ਚੰਗਾ ਵੀ ਨਹੀਂ ਹੈ। ਤੇ ਜੋ ਕੁਝ ਹੋ ਰਿਹਾ ਹੈ, ਅਨਫੋਰਚੂਨੇਟ ਬਿਟ ਇਜ਼ ਕਿ ਆ ਜਿਹੜੇ ਸਟਾਰ ਮਾਰਕਾ ਵੈਪਨਸ ਨੇ 25-25, 30-30 ਹਜ਼ਾਰ ਰੁਪਏ ਤੁਸੀਂ ਮੱਧ ਪ੍ਰਦੇਸ਼ ਤੋਂ, ਉੱਤਰ ਪ੍ਰਦੇਸ਼ ਤੋਂ ਲੈ ਸਕਦੇ ਹੋ। ਜੇ ਕਿਸੇ ਨੇ ਅਪਰਾਧ ਕਰਨਾ ਉਹਨਾਂ ਦੇ ਨਾਲ ਕਰ ਲੈਣ, ਲੇਕਿਨ ਲਾਇਸੈਂਸ ਵੈਪਨਸ ਨੂੰ ਲੈ ਕੇ ਤੇ ਬੜਾ ਰੌਲਾ ਪਾਇਆ ਜਾਂਦਾ ਹੈ। ਸੋ ਦੈਟ ਇਜ਼ ਦ ਅਨਫੋਰਚੂਨੇਟ ਬਿਟ। ਸਾਡਾ ਸਿਸਟਮ ਅਜੇ ਸਮਝ ਨਹੀਂ ਪਾ ਰਿਹਾ ਇਸ ਚੀਜ਼ ਦੀ ਲੋੜ ਨੂੰ, ਜਦੋਂ ਕਿ ਗਰਾਊਂਡ ਰਿਐਲਿਟੀਜ਼ ਕੁਝ ਹੋਰ ਕਹਿ ਰਹੀਆਂ ਨੇ ਇੱਥੇ। ਤੇ ਮੇਬੀ ਅਮਰੀਕਾ ਦੇ ਵਿੱਚ ਵੀ ਜਿਹੜੇ ਫਿਲਾਸਫੀ ਹੈ ਗਨਸ ਨੂੰ ਰੱਖਣ ਦੀ, ਇਹਦੀ ਇੱਕ ਬੇਸਿਕ ਫਲਸਫਾ ਹੈ, ਜੋ ਕਿ ਮੈਨੂੰ ਲੱਗਦਾ ਵੀ ਉਹਨਾਂ ਦੀ ਆਪਣੀ ਸਟਰਗਲ ਦੇ ਵਿੱਚ ਉੱਭਰਿਆ ਹੈ। ਬਾਰ-ਬਾਰ ਤੁਹਾਨੂੰ ਇਹ ਗੱਲ ਕਹਿ ਰਹੇ ਆ, ਜਦ ਜਿਹੜਾ ਈਵਲ ਆ, ਠੀਕ ਹੈ ਜੀ, ਜਿਹੜੀ ਬੁਰਾਈ ਆ, ਜਿਹੜਾ ਗਲਤ ਬੰਦਾ, ਮਰਡਰ ਤਾਂ ਪਹਿਲੇ ਦਿਨ ਤੋਂ ਇਲੀਗਲ ਆ। ਜਦ ਸਰਕਾਰਾਂ ਤੋਂ ਡਰੱਗ ਨਹੀਂ ਰੁਕ ਰਹੇ, ਮਰਡਰ ਨਹੀਂ ਰੁਕ ਰਹੇ, ਕੋਈ ਵੀ ਗੱਲ ਹੁੰਦੀ ਹੈ ਗਨਸ ਤੇ ਆ ਕੇ ਪਾ ਦਿੰਦੇ ਨੇ। ਵੈਸੇ ਜੋ ਅਮਰੀਕਾ ਦਾ ਗਨ ਕਲਚਰ ਆ, ਮੈਂ ਤੁਹਾਨੂੰ ਅਮਰੀਕਾ ਦਾ ਥੋੜਾ ਜਿਹਾ ਬੈਕਗਰਾਉਂਡ ਦੇ ਦਿੰਦਾ। ਉਰੇ ਹਰ ਸਟੇਟ ਦੇ ਵਿੱਚ ਥੋੜਾ ਜਿਹਾ ਡਿਫਰੈਂਟ ਰੂਲ ਆ। ਜਿਵੇਂ ਮੈਂ ਵਾਸ਼ਿੰਗਟਨ 'ਚ ਰਹਿਣਾ, ਅਗਰ ਤੁਸੀਂ ਉਰੇ ਪਿਸਟਲ ਜਾਂ ਰਾਈਫਲ ਲੈਣੀ ਆ, ਤੁਹਾਨੂੰ ਕਿਸੇ ਲਾਇਸੈਂਸ ਦੀ ਲੋੜ ਨਹੀਂ ਆ। ਤੁਸੀਂ ਜਾ ਕੇ ਪੈਸੇ ਦਿਓ, 10 ਦਿਨ ਦੀ ਵੇਟਿੰਗ ਕਰਦੇ ਨੇ। ਉਹ FBI ਨੂੰ ਇਨਫੋਰਮੇਸ਼ਨ ਭੇਜਦੇ ਆ ਕਿ ਫਲਾਣਾ ਬੰਦਾ ਫਲਾਣੀ ਰਾਈਫਲ, ਫਲਾਣਾ ਪਿਸਟਲ ਲੈਣਾ ਹੈ। FBI ਅਪਰੂਵ, ਡਿਨਾਈ ਜਾਂ ਡਿਲੇ ਕਰ ਸਕਦੀ ਆ। ਅਗਰ ਤੁਸੀਂ ਅਪਰੂਵ ਹੋ ਗਏ, 10 ਦਿਨ ਬਾਅਦ ਤੁਸੀਂ ਆਪਣਾ ਪਿਸਟਲ ਲੈ ਕੇ ਆ ਸਕਦੇ ਹੋ। ਉਰੇ ਸਿਰਫ ਪਿਸਟਲ ਲੁਕੋ ਕੇ ਰੱਖਣ ਲਈ ਤੁਹਾਡੇ ਕੋਲ ਲਾਇਸੈਂਸ ਚਾਹੀਦਾ। ਜਦ ਤੁਸੀਂ ਕਿਸੇ ਰਾਈਟ ਨੂੰ ਪ੍ਰਿਵਿਲੇਜ ਬਣਾ ਦਿੰਦੇ ਹੋ, ਜਿਵੇਂ ਕਿ ਇੰਡੀਆ, ਉੱਥੇ ਸਿਰਫ ਪਾਵਰਫੁਲ ਲੋਕ, ਪੈਸੇ ਵਾਲੇ ਲੋਕ ਹੀ ਪਿਸਟਲ, ਰਾਈਫਲ ਰੱਖ ਸਕਦੇ ਆ। ਆਮ ਬੰਦਾ ਤਾਂ ਵਿਚਾਰਾ ਲੈ ਹੀ ਨਹੀਂ ਸਕਦਾ। ਹੁਣ ਜਿਵੇਂ ਟੈਕਸਸ ਸਟੇਟ ਆ, ਉੱਥੇ ਤਾਂ ਤੁਹਾਨੂੰ ਕੋਈ ਵੇਟਿੰਗ ਵੀ ਨਹੀਂ ਹੈ। ਤੁਸੀਂ ਦੁਕਾਨ 'ਚ ਜਾਓ, ਪੈਸੇ ਦਿਓ, ਆਪਣੀ ਗਨ ਲੈ ਲਓ। ਅਗਰ ਤੁਸੀਂ ਕੰਸੀਲ ਕਰਕੇ ਰੱਖਣਾ, ਕੰਸੀਲਡ ਹੁੰਦਾ ਲੁਕੋ ਕੇ ਰੱਖਣਾ ਕਿ ਦੂਜੇ ਵਾਲੇ ਬੰਦੇ ਨੂੰ ਪਤਾ ਨਹੀਂ ਹੈ ਕਿ ਇਹਦੇ ਕੋਲ ਪਿਸਟਲ ਆ, ਉਸ ਲਈ ਲਾਇਸੈਂਸ ਰਿਕੁਆਇਰ ਕਰਦੇ ਕਈ ਸਟੇਟਸ ਦੇ ਵਿੱਚ। ਤੇ ਟੈਕਸਸ ਦੇ ਵਿੱਚ ਤਾਂ ਇਹਨਾਂ ਨੇ ਓਪਨ ਕੈਰੀ ਕਰਤਾ ਆ ਬੇਸਿਕਲੀ, ਵੀ ਜਿਹੜਾ ਮਰਜ਼ੀ, ਲਾਇਸੈਂਸ ਦੀ ਵੀ ਲੋੜ ਨਹੀਂ ਹੈ, ਤੁਸੀਂ ਪਿਸਟਲ ਜਿੰਨੇ ਮਰਜ਼ੀ ਪਾ ਕੇ ਫਿਰੋ, ਕੋਈ ਲਿਮਿਟ ਨਹੀਂ ਆ। ਕਿਉਂਕਿ ਟੈਕਸਸ ਇੱਕ ਪ੍ਰੋ ਗਨ ਸਟੇਟ ਆ। ਅਮਰੀਕਾ ਦੇ ਵਿੱਚ ਦੋ ਲੌਬੀਜ਼ ਨੇ, ਡੈਮੋਕ੍ਰੈਟਸ ਤੇ ਰਿਪਬਲਿਕਨਸ। ਜਿਹੜੇ ਡੈਮੋਕ੍ਰੈਟਸ ਨੇ ਉਹਨਾਂ ਦਾ ਸਿਰਫ ਇੱਕ ਤੇ ਇੱਕ ਏਜੰਡਾ ਹੈ, ਕੰਟਰੋਲ। ਉਹ ਚਾਹੁੰਦੇ ਨੇ ਕਿ ਕੋਈ ਵੀ ਵਾਰਦਾਤ ਹੋ ਜਾਵੇ, ਉਹਨੂੰ ਯੂਜ਼ ਕਰਕੇ ਗਨਸ ਦੇ ਉੱਤੇ ਬਲੇਮ ਸਿੱਟ ਕੇ ਗਨ ਕੰਟਰੋਲ ਕੀਤਾ ਜਾਵੇ। ਹੁਣ ਤੁਸੀਂ ਇਹ ਦੇਖੋ ਕਿ ਸਟੇਟ ਲੈਵਲ ਤੇ 20,000 ਲਾਜ਼ ਨੇ ਤੇ ਫੈਡਰਲ ਲੈਵਲ ਤੇ 300 ਤੋਂ ਉੱਤੇ ਲਾਜ਼ ਨੇ। ਜਿਹੜਾ ਕ੍ਰਿਮੀਨਲ ਲਾਅ ਤਾਂ ਪਹਿਲਾਂ ਹੀ ਨਹੀਂ ਫੋਲੋ ਕਰਦਾ। ਜਿੰਨੇ ਮਰਜ਼ੀ ਰੂਲ ਬਣਾ ਲਿਓ, ਚਾਹੇ ਅਮਰੀਕਾ ਚਾਹੇ ਇੰਡੀਆ, ਕ੍ਰਿਮੀਨਲ ਨੇ ਕੋਈ ਰੂਲ ਫੋਲੋ ਨਹੀਂ ਕਰਨਾ। ਇੱਕ ਐਸੀ ਸਥਿਤੀ ਆ ਜਾਣੀ ਹੈ ਜਿੱਦਾਂ ਤੁਸੀਂ ਗਨਸ ਬੈਨ ਕਰ ਦੋਗੇ ਕਿ ਸਿਰਫ ਕ੍ਰਿਮੀਨਲਸ ਕੋ ਗਨਸ ਰਹਿ ਜਾਣੀ ਹੈ। ਜਿਹੜਾ ਲਾਅ ਅਬਾਈਡਿੰਗ ਸਿਟੀਜ਼ਨ ਆ, ਉਹਦੇ ਕੋਲ ਤਾਂ ਰਹਿਣਾ ਹੀ ਕੁਛ ਨਹੀਂ ਆ। ਉਹ ਫਿਰ ਕਿਹਦੇ ਤੇ ਡਿਪੈਂਡ ਕਰੇ, ਪੁਲਿਸ ਨੂੰ ਕਾਲ ਕਰੇ, ਜਾਂ ਕੋਈ ਉਹ ਪਿਸਤੌਲ ਲੈ ਕੇ ਆਉਂਦਾ, ਜਾਂ ਫਿਰ ਉਹ ਹੱਥ ਜੋੜੇ ਪੈਸੇ ਦੇਵੇ, ਜੋ ਕ੍ਰਿਮੀਨਲ ਕਹਿੰਦਾ ਉਹ ਕਰੇ। ਦੇਖੋ ਜੀ, ਸ਼ਸਤਰ ਕੇ ਅਧੀਨ ਹੈ ਰਾਜ, ਇਹ ਗੱਲ ਦਾ ਬੜਾ ਡੀਪ ਮੀਨਿੰਗ ਆ। ਅਗਰ ਵੈਪਨਸ ਦੀ ਇੰਨੀ ਲੋੜ ਨਹੀਂ ਤਾਂ ਆਪਾਂ ਬਾਰਡਰ ਤੇ ਇੰਨੇ ਬੰਦੇ ਕਿਉਂ ਲਾ ਰੱਖੇ ਨੇ ਹਥਿਆਰ ਲੈ ਕੇ? ਠੀਕ ਹੈ ਜੀ, ਜੇ ਵੈਪਨਸ ਦੀ ਲੋੜ ਨਹੀਂ, ਆਪਣੇ ਪੋਲੀਟੀਸ਼ੀਅਨ ਇੰਨੇ ਗਨਮੈਨ ਕਿਉਂ ਲੈ ਕੇ ਫਿਰ ਰਹੇ? ਇਹਨਾਂ ਨੂੰ ਕਿਸ ਗੱਲ ਤੋਂ ਖਤਰਾ? ਲੋਕਾਂ ਨੇ ਇਹਨਾਂ ਨੂੰ ਇੰਨਾ ਬੜਾ ਫਤਵਾ ਦਿੱਤਾ, ਕਿਉਂ ਇਹਨਾਂ ਨੂੰ ਕਿਸ ਗੱਲ ਤੋਂ ਖਤਰਾ ਹੈ ਕਿ 40 50 ਬੰਦੇ ਲੈ ਕੇ ਫਿਰ ਰਹੇ ਨੇ? ਮੈਂ ਕਹਿੰਦਾ ਵੀ ਜੋ ਵੀ ਬੰਦਾ, ਚਾਹੇ ਉਹ ਪੋਲੀਟੀਸ਼ੀਅਨ ਆ,
ਜਿਹੜਾ ਵੀ ਬੰਦਾ ਹੈ ਕਹਿੰਦਾ ਵੀ ਹਥਿਆਰ ਨਹੀਂ ਰੱਖਣੇ ਚਾਹੀਦੇ, ਉਹਨੂੰ ਪਹਿਲਾਂ ਐਗਜ਼ਾਮਪਲ ਸੈੱਟ ਕਰਨੀ ਚਾਹੀਦੀ ਹੈ, ਆਪਣੀ ਸਾਰੀ ਸਿਕਿਉਰਿਟੀ ਕਰੇ ਵਾਪਸ, ਆਪਦੇ ਵੈਪਨ ਵੀ ਟਰਨ ਇਨ ਕਰੇ, ਇੱਕ ਐਗਜ਼ਾਮਪਲ ਸੈੱਟ ਕਰੇ ਯੂਥ ਲਈ ਕਿ ਹਾਂ ਮੈਂ ਕਰ ਰਿਹਾ। ਮੈਂ ਕਹਿੰਦਾ ਐਸੀ ਗੱਲ ਹੋਵੇ ਲੋਕ ਪਿੱਛੇ ਲੱਗ ਜਾਣਗੇ। ਜਿੰਨੇ ਪੋਲੀਟੀਸ਼ੀਅਨਸ ਨੇ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਕਿਰਪਾ ਕਰਕੇ ਆਪਣੇ ਸਾਰੇ ਗਨਮੈਨ ਛੱਡੋ, ਸਾਰੇ ਪਿਸਤੌਲ ਟਰਨ ਇਨ ਕਰ ਦੋ, ਲੋਕਾਂ ਲਈ ਐਗਜ਼ਾਮਪਲ ਸੈੱਟ ਕਰੋ। ਤੁਹਾਨੂੰ ਯੂਥ ਦੇਖਦਾ, ਤੁਸੀਂ ਕਹਿੰਦੇ ਹੋ ਵੀ ਮੂਸੇ ਵਾਲੇ ਨੇ ਗਨ ਕਲਚਰ ਕੀਤਾ, ਤੁਸੀਂ ਉਹਦੇ ਉਲਟ ਜਾ ਕੇ ਸਾਰਾ ਕੁਝ ਛੱਡੋ, ਪ੍ਰੂਵ ਕਰੋ। ਇਹ ਨਾ ਕੋਈ ਵੀ ਗੱਲ ਹੁੰਦੀ ਹੈ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਜਦ ਆਪਣੇ ਤੇ ਗੱਲ ਆਉਂਦੀ ਆ ਤਾਂ ਹਰੇਕ ਦੇਖਦਾ ਵੀ ਨਹੀਂ ਇਹ ਰੂਲ ਲੋਕਾਂ ਲਈ ਆ, ਮੇਰੇ ਲਈ ਨਹੀਂ। ਉਰੇ ਵੀ ਜਿਹੜੇ ਪੋਲੀਟੀਸ਼ੀਅਨਸ ਨੇ ਉਹ ਕੰਟਰੋਲ ਚਾਹੁੰਦੇ ਨੇ। ਹੁਣ ਬਾਈਡਨ ਨੇ ਜਾਂ ਕੋਈ ਵੀ ਆ, ਇਹ ਮਤਲਬ ਆਪ ਤਾਂ ਇਹਨਾਂ ਕੋਲ ਆਰਮ ਸਿਕਿਉਰਿਟੀ ਹੈ 24/7, ਇਹ ਲੋਕਾਂ ਨੂੰ ਇਹ ਕਹਿੰਦੇ ਵੀ ਤੁਸੀਂ ਐ ਨਾ ਕਰੋ, ਤੁਸੀਂ ਉਹ ਨਾ ਕਰੋ, ਐਗਜ਼ਾਮਪਲ ਸੈੱਟ ਕਰੋ। ਜਦ ਬਾਈਡਨ ਸਾਹਿਬ ਨੇ ਚਾਰਜ ਲਿਆ, ਇਹਨਾਂ ਨੇ ਇੱਕ ਤਰੀਕੇ ਦੀ ਇੰਨੀ ਸਿਕਿਉਰਿਟੀ ਲਾਤੀ, ਇਹਨਾਂ ਨੂੰ ਕਿਸ ਗੱਲ ਦਾ ਖਤਰਾ? ਲੋਕਾਂ ਨੇ ਇਹਨਾਂ ਨੂੰ ਮੈਜੋਰਿਟੀ ਦੇ ਕੇ ਭੇਜਿਆ। ਤੇ ਜਦ ਸਕੂਲਸ ਦੀ ਗੱਲ ਆਉਂਦੀ ਆ, ਫਿਰ ਇਹ ਗੱਲਾਂ ਕਰਦੇ ਨੇ ਕਿ ਸਾਡੇ ਉਰੇ ਸਕੂਲਸ ਦੇ ਵਿੱਚ ਹੁਣ ਬੱਚੇ ਸਾਡੇ ਮੈਟਲ ਡਿਟੈਕਟਰ ਜੀ ਨਿਕਲ ਕੇ ਜਾਣਗੇ। ਪਰ ਜਿਹੜੇ ਤੁਹਾਡੇ ਕੋਰਟਸ ਨੇ, ਸਰਕਾਰੀ ਦਫ਼ਤਰ ਨੇ, ਸਾਰੇ ਕੋਟਾਂ ਚੋਂ ਵੀ ਹਟਾਓ ਮੈਟਲ ਡਿਟੈਕਟਰ, ਨਹੀਂ ਸਾਰਾ ਕੁਝ ਬਰਾਬਰ ਲੱਗੋ। ਬੇਸਿਕਲੀ ਜੀ ਇਹ ਗੱਲ ਇੱਥੇ ਮੁੱਕਦੀ ਆ, ਪੋਲਿਟਿਕਸ ਹੁੰਦੀ ਆ। ਗਨਸ ਇੱਕ ਈਜ਼ੀ ਮੁੱਦਾ ਹੈ, ਉਹਨੂੰ ਬਲੇਮ ਕਰ ਦਿੰਦੇ ਨੇ। ਮੈਂ ਤੁਹਾਨੂੰ ਇਹ ਦੱਸ ਦਿੰਦਾ ਵੀ ਗਨ ਆ ਉਹ ਇਕੁਅਲਾਈਜ਼ਰ ਆ। ਹੁਣ ਇੱਕ ਲੇਡੀ ਆ, ਉਹ ਬਾਜ਼ਾਰ 'ਚ ਜਾਂਦੀ ਆ, 4 ਬੰਦੇ ਪਿਸਤੌਲ ਲੈ ਕੇ ਆ ਜਾਂਦੇ ਨੇ, ਉਹਦੇ ਕੋਲ ਕੀ ਆਪਸ਼ਨ ਆ? ਉਹਨੂੰ ਸਾਰੀਆਂ ਡਿਮਾਂਡਸ ਮੰਨਣੀਆਂ ਪੈਣੀਆਂ। ਅਗਰ ਉਹਦੇ ਕੋਲ ਪਿਸਤੌਲ ਆ ਤਾਂ ਸ਼ੀ ਇਜ਼ ਇਕੁਅਲ ਟੂ ਦੋਸ 4। ਇੱਕ ਵੈਪਨ ਇੱਕ ਇਕੁਅਲਾਈਜ਼ਰ ਆ। ਹਾਂ, ਟ੍ਰੇਨਿੰਗ ਦੀ ਜ਼ਰੂਰਤ ਹੈ, ਪਰ ਨਹੀਂ ਰੈਗੂਲੇਸ਼ਨ, ਟ੍ਰੇਨਿੰਗ, ਡਿਸਪਲਿਨ, ਇਹ ਸਾਰੀ ਚੀਜ਼ਾਂ ਤਾਂ ਇਨਕਲਕੇਟ ਕਰਨੀਆਂ ਪੈਣਗੀਆਂ ਨਾ। ਹਰ ਕਿਸੇ ਦੇ ਹੱਥ 'ਚ ਨਹੀਂ ਫੜਾਇਆ ਜਾ ਸਕਦਾ। ਬਟ ਵੈਨ ਯੂ ਮੀਨ ਲਾਇਸੈਂਸ, ਸਾਡੇ ਇੱਥੇ ਦੇਖੋ ਲਾਇਸੈਂਸ ਦਾ ਬੜਾ ਸਟ੍ਰਿਕਟ ਪ੍ਰੋਟੋਕਾਲ ਹੈ। ਐਂਡ ਮੈਨੂੰ ਖੁਸ਼ੀ ਹੈ ਕਿ ਤੁਸੀਂ ਸੈਟਲ ਦੇ ਵਿੱਚ ਬੈਠ ਕੇ, ਜਿੱਥੇ ਸਾਡਾ ਲਿਬਰਲ ਗਨ ਕਲਚਰ ਹੈ, ਉੱਥੇ ਬੈਠ ਕੇ ਇਹ ਕੰਸਰਨ ਦਿਖਾ ਰਹੇ ਹੋ, ਕਿਉਂਕਿ ਐਕਚੁਅਲ ਦੇ ਵਿੱਚ ਪੰਜਾਬ ਦੇ ਵਿੱਚ ਸਥਿਤੀ ਇਹੀ ਹੈ ਵੀ ਹਥਿਆਰ ਜਿਹੜਾ ਹੈ ਅੱਜ ਇੱਕ ਕ੍ਰਿਮੀਨਲ ਦੇ ਹੱਥ ਵਿੱਚ ਤਾਂ ਹੈ, ਲੇਕਿਨ ਅਗਰ ਇੱਕ ਸਿੱਧਾ ਸਧਾਰਨ ਆਦਮੀ ਜਿਸ ਨੂੰ ਆਪਣੀ ਸੁਰੱਖਿਆ ਲਈ ਹਥਿਆਰ ਚਾਹੀਦਾ ਹੈ, ਤਾਂ ਇੱਥੇ ਹਾਈ ਤੌਬਾ ਮਚੀ ਹੋਈ ਹੈ ਜੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਏਡਾ ਵੱਡਾ ਬਿਆਨ ਦਿੱਤਾ। ਤੁਸੀਂ ਜੀ ਇੱਕ ਐਗਜ਼ਾਮਪਲ ਲਾ ਲਓ, ਹੁਣ ਅਸੀਂ NRI ਆ, ਜਿਵੇਂ ਆਪ ਮੂਸੇਵਾਲਾ ਸਾਹਿਬ ਦੀ ਵਾਰਦਾਤ ਹੋਈ ਆ, ਮਤਲਬ ਬੰਦਾ ਡਰ ਜਾਂਦਾ। ਜੇ ਹੁਣ ਮੇਰੇ ਵਰਗੇ ਨੇ ਵੀ ਆਉਣਾ ਨਾ, ਤਾਂ ਮੈਂ ਉੱਥੇ ਆ ਕੇ ਹਥਿਆਰ ਲੈ ਸਕਦਾ। ਕਿਹਦੇ ਤੇ ਅਸੀਂ ਰਿਲਾਈ ਕਰੀਏ ਦੱਸੋ? ਈਜ਼ੀ ਟਾਰਗੇਟ ਆ, ਸੌਫਟ ਟਾਰਗੇਟ ਆ, ਜਾਂ ਜਿਹੜੀ ਸਿਕਿਉਰਿਟੀ ਦੀ ਵੀ ਗੱਲ ਕਰਦੇ ਹੋ ਨਾ, ਆਮ ਬੰਦੇ ਨੇ ਅਗਰ ਸਿਕਿਉਰਿਟੀ ਵੀ ਲੈਣੀ ਆ, ਪੈਸੇ ਭਰਾ ਕੇ ਵੀ ਲੈਣੀ ਆ, ਤਾਂ ਬਹੁਤ ਬੜੀ ਗੱਲ ਆ, ਦਿੰਦੇ ਨਹੀਂ ਆ। ਉਹਦੀ ਵੀ ਕੋਈ ਰਿਪੋਰਟ ਚਾਹੀਦੀ ਆ। ਤੁਸੀਂ ਇਹ ਨਹੀਂ ਹੈ ਕਿ ਕੋਈ ਬੰਦਾ ਆਇਆ ਉਹ ਕਹੇ ਜੀ ਮੈਨੂੰ ਸਿਕਿਉਰਿਟੀ ਥ੍ਰੈਟ ਫੀਲ ਹੁੰਦੀ ਆ। ਅਗਰ ਲਾ ਲਓ ਕਿ ਮੈਨੂੰ ਫੀਲ ਹੁੰਦੀ ਆ, ਮੈਨੂੰ ਇਹਨਾਂ ਨੂੰ ਐਕਸਪਲੇਨੇਸ਼ਨ ਦੇਣ ਦੀ ਥੋੜੀ ਲੋੜ ਆ ਕਿ ਮੈਨੂੰ ਨਹੀਂ ਹੈਗੀ। ਉਲਟ ਤੁਹਾਨੂੰ ਸਵਾਲ ਕਰਦੇ ਨੇ ਕਿ ਨਹੀਂ ਤੈਨੂੰ ਨਹੀਂ ਆ, ਤੁਸੀਂ ਪੈਸੇ ਲਓ, ਸਿਕਿਉਰਿਟੀ ਦਿਓ। ਜਿਹਨੂੰ ਸਿਕਿਉਰਿਟੀ ਚਾਹੀਦੀ ਆ, ਸਰਕਾਰ ਤੇ ਜੋ ਬੋਝ ਆ ਉਹ ਨਾ ਪੈਣ ਦਿਓ। ਕਹੋ ਕਿ ਹਾਂ ਬਾਈ ਤੈਨੂੰ ਸਿਕਿਉਰਿਟੀ ਚਾਹੀਦੀ ਆ, ਲੱਖ ਰੁਪਇਆ ਮਹੀਨਾ ਦਾ ਜੋ ਵੀ ਇਹਨਾਂ ਦਾ ਹੈ ਦੋ। ਮੈਂ ਕਹਿੰਦਾ ਆਮ ਬੰਦਾ ਸਿਕਿਉਰਿਟੀ ਲੈ ਕੇ ਦਿਖਾ ਦੇਵੇ। ਜਿਹੜੇ ਕਹਿੰਦੇ ਨੇ ਕਿ ਗਨਸ ਛੱਡ ਦਿਓ, ਮੈਂ ਉਹਨਾਂ ਨੂੰ ਪੁੱਛਣਾ ਚਾਹਾਂਗਾ, ਆਈ ਵੁੱਡ ਲਾਈਕ ਟੂ ਡੂ ਅ ਫੇਸ ਟੂ ਫੇਸ ਡਿਬੇਟ, ਕਿਉਂਕਿ ਮੈਂ US ਦੇ ਵਿੱਚ ਰਹਿਣਾ, ਅਸੀਂ ਸਾਰਾ ਦਿਹਾੜੀ ਫੇਸ ਕਰਦੇ ਆ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਵੀ ਗਨਸ ਛੱਡ ਦਿਓ। ਜਿਹੜੇ ਐਂਟੀ ਗਨ ਲੋਕ ਨੇ ਨਾ, ਉਹ ਬੜੇ ਅਗਰੈਸਿਵ ਨੇ। ਅਸੀਂ ਪ੍ਰੋ ਗਨ ਕਹਿੰਦੇ ਆ ਵੀ ਤੁਸੀਂ ਨਹੀਂ ਹਥਿਆਰ ਰੱਖਣਾ ਨਾ ਰੱਖੋ। ਜਿਹੜੇ ਐਂਟੀ ਗਨ ਨੇ ਉਹ ਕਹਿੰਦੇ ਨੇ ਵੀ ਸਾਨੂੰ ਹਥਿਆਰ ਪਸੰਦ ਨਹੀਂ ਆ ਤਾਂ ਤੁਸੀਂ ਵੀ ਨਹੀਂ ਰੱਖ ਸਕਦੇ। ਮਤਲਬ ਤੁਸੀਂ ਇਹ ਫਰਕ ਦੇਖੋ। ਉਹ ਅਗਰੈਸਿਵ ਵੀ ਨੇ, ਉਹ ਤੁਹਾਨੂੰ ਭੱਜ ਪੈਂਦੇ ਨੇ ਵੀ ਤੂੰ ਹਥਿਆਰ ਰੱਖਿਆ ਛੱਡ ਇਹਨੂੰ। ਮਤਲਬ ਆਮ ਬੰਦੇ ਦੀ ਹਿਫਾਜ਼ਤ, ਮੇਰੀ ਹਿਫਾਜ਼ਤ, ਮੇਰੀ ਫੈਮਿਲੀ ਦੀ ਹਿਫਾਜ਼ਤ ਮੈਂ ਡਿਸਾਈਡ ਕਰਨੀ ਆ, ਠੀਕ ਹੈ ਜੀ। ਅਨਲੈਸ ਕੋਈ ਐਸਾ ਮਾਹੌਲ ਬਣ ਜਾਵੇ ਵੀ ਜਿੱਥੇ ਕ੍ਰਾਈਮ ਖਤਮ ਹੋ ਜਾਵੇ, ਈਵਲ ਖਤਮ ਹੋ ਜਾਵੇ, ਤਾਂ ਅਸੀਂ ਹਥਿਆਰ ਛੱਡ ਦਾਂਗੇ। ਅਮਰੀਕਾ ਦੀ ਅਗਰ ਤੁਸੀਂ ਹਿਸਟਰੀ ਦੇਖ ਲਿਓ, ਅਮਰੀਕਾ ਦੇ ਕਨਸਟੀਟਿਊਸ਼ਨ 'ਚ ਲਿਖਿਆ ਹੋਇਆ ਕਿ ਅਗਰ ਸਰਕਾਰ ਤੁਹਾਡੇ ਨਾਲ ਧੱਕਾ ਕਰਦੀ ਆ, ਮਿਲਿਸ਼ੀਆ ਫਾਰਮ ਕਰਕੇ ਸਰਕਾਰ ਓਵਰਥਰੋ ਕਰ ਦਿਓ। ਸੈਕੰਡ ਅਮੈਂਡਮੈਂਟ ਆ, ਦੂਜੇ ਨੰਬਰ ਤੇ ਅਮੈਂਡਮੈਂਟ ਆ। ਇਹਦੀ ਇੰਨੀ ਇੰਪੋਰਟੈਂਸ ਦੀ। ਪਹਿਲਾ ਹੈ ਫਰੀडम ਆਫ ਸਪੀਚ, ਸੈਕੰਡ ਇਜ਼ ਬੇਅਰ ਆਰਮਸ। ਤਾਂ ਹੀ ਅਮਰੀਕਾ ਦੇ ਵਿੱਚ ਜਿੰਨਾ ਮਰਜ਼ੀ ਪੋਲੀਟੀਸ਼ੀਅਨ ਜ਼ੋਰ ਲਾ ਲੈਣ, ਇਹ ਗਨਸ ਬੈਨ ਨਹੀਂ ਕਰ ਸਕਦੇ, ਕਿਉਂਕਿ ਆਮ ਪਬਲਿਕ ਨਹੀਂ ਚਾਹੁੰਦੀ। ਆਮ ਪਬਲਿਕ ਨੂੰ ਉਰੇ ਦੇ ਸੁਪਰੀਮ ਕੋਰਟ ਨੇ ਕਿਹਾ ਕਿ ਅਗਰ ਤੁਹਾਡੇ ਤੇ ਅਟੈਕ ਹੋ ਰਿਹਾ ਤਾਂ ਪੁਲਿਸ ਵਾਲਾ ਕੋਈ ਦੇਖ ਰਿਹਾ, ਉਹਦੀ ਕੋਈ ਡਿਊਟੀ ਨਹੀਂ ਬਣਦੀ ਤੁਹਾਨੂੰ ਰੋਕਣ ਦੀ, ਅਗਰ ਉਹਨੂੰ ਲੱਗਦਾ ਕਿ ਤੁਹਾਨੂੰ ਬਚਾਉਣ ਦੇ ਚੱਕਰ 'ਚ ਉਹਦੀ ਜਾਨ ਜਾ ਸਕਦੀ ਆ। ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਕੌਣ ਤੁਹਾਡੀ ਹਿਫਾਜ਼ਤ ਕਰੇਗਾ? ਮਤਲਬ ਮੌਕਾ ਵਾਰਦਾਤ ਤੇ ਤਾਂ ਤੁਸੀਂ ਆਪਦਾ ਡਿਫੈਂਸ ਆਪ ਕਰ ਸਕਦੇ ਹੋ, ਤੁਹਾਡੇ ਹੀ ਹੱਥ 'ਚ। ਹਾਂ, ਟ੍ਰੇਨਿੰਗ ਦੀ ਲੋੜ ਆ ਬੰਦਿਆਂ ਨੂੰ ਥੋੜਾ ਜਿਹਾ। ਹੋ ਸਕਦਾ ਕਿ ਜਦ ਤੁਸੀਂ ਵੈਪਨਸ ਨਾਲ ਟ੍ਰੇਨ ਕਰਦੇ ਹੋ ਨਾ, ਬੰਦਾ ਯੂ ਫਿਗਰ ਆਊਟ ਕਿ ਇਹ ਗੋਲੀ ਹੈ, ਇੱਕ ਵਾਰ ਚੱਲ ਗਈ ਤਾਂ ਵਾਪਸ ਨਹੀਂ ਆਉਣੀ। ਹੁਣ ਮੇਰੇ ਸਿਨੈਰੀਓ 'ਚ ਲਾ ਲਓ, ਮੇਰਾ ਮਾਈਂਡ ਸੈਟ ਇਹ ਹੈ ਕਿ ਗੋਲੀ ਉਦੋਂ ਚਲਾਉਣੀ ਆ ਜਿੱਦਾਂ ਮੈਨੂੰ ਲੱਗਿਆ ਕਿ ਅਗਰ ਮੈਂ ਨਹੀਂ ਚਲਾਈ ਤਾਂ ਕੋਈ ਮੈਨੂੰ ਮਾਰ ਦੇਗਾ ਜਾਂ ਮੇਰੇ ਫੈਮਿਲੀ ਨੂੰ ਮਾਰ ਦੇਗਾ। ਲਾਸਟ ਰਿਜ਼ੋਰਟ ਹੈ। ਬਟ ਵੈਪਨ ਇਜ਼ ਇਨ ਇਕੁਅਲਾਈਜ਼ਰ। ਮੌਕੇ ਤੇ 30 ਸੈਕਿੰਡ 'ਚ ਫਾਈਟ ਹੁੰਦੀ ਆ। ਉਸ ਤੋਂ ਬਾਅਦ ਤਾਂ ਬੰਦਾ ਜਾਂ ਬੋਡੀ ਚੱਕਣ ਆਉਂਦੇ ਜਾਂ ਬੰਦੇ ਨੂੰ ਜ਼ਖਮੀ ਨੂੰ ਹਸਪੀਟਲ ਲੈ ਜਾਂਦੇ ਨੇ। ਕੋਈ ਹੋਰ ਤੁਹਾਡਾ ਐਂਡਿੰਗ ਰਿਮਾਰਕਸ ਬਿਫੋਰ ਵੀ ਵਾਈਂਡ ਅਪ ਦਿਸ ਡਿਸਕਸ਼ਨ ਜੀ?
ਮੈਂ ਜੀ ਸਰ ਇਹੀ ਕਹਿਣਾ ਚਾਹੁੰਦਾ ਕਿ ਜੋ ਮੂਸੇਵਾਲਾ ਸਾਹਿਬ ਨਾਲ ਹੋਇਆ ਬਹੁਤ ਹੀ ਦੁੱਖ ਦੀ ਗੱਲ ਆ। ਮੂਸੇਵਾਲਾ ਸਾਹਿਬ ਦੇ ਲੈਵਲ ਦੇ ਸਟਾਰ ਨੂੰ ਤਾਂ ਘੱਟੋ ਘੱਟ 8 ਤੋਂ 10 ਬੰਦੇ ਚਾਹੀਦੇ ਸੀ, ਇੱਕ ਮਿਨੀਮਮ ਪਾਇਲਟ ਚਾਹੀਦੀ ਸੀ। ਉਹਨਾਂ ਨੇ ਪੰਜਾਬੀਆਂ ਦਾ ਨਾਮ ਕੱਲੇ ਇੰਡੀਆ 'ਚ ਨਹੀਂ ਪੂਰੇ ਦੇਸ਼ 'ਚ ਰੋਸ਼ਨ ਕੀਤਾ, ਚਾਹੇ ਅਮਰੀਕਾ, ਕੈਨੇਡਾ, ਅਫਰੀਕਾ, ਬੜੇ ਤੋਂ ਬੜਾ ਸਟਾਰ ਉਹਨਾਂ ਦਾ ਨਾਮ ਲੈ ਰਿਹਾ। ਮਤਲਬ ਪੰਜਾਬ ਲਈ ਇਹ ਬਹੁਤ ਬੜਾ ਘਾਟਾ, ਮਿਊਜ਼ਿਕ ਇੰਡਸਟਰੀ ਲਈ ਇੱਕ ਬਹੁਤ ਬੜਾ ਘਾਟਾ ਕਿ ਜੋ ਪੂਰਾ ਹੀ ਨਹੀਂ ਹੋਣਾ। ਵਿਕਰਮ ਜੀ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਬੜੀ ਇੰਪੋਰਟੈਂਟ ਇਨਪੁਟ ਸਾਡੇ ਨਾਲ ਸਾਂਝੀਆਂ ਕੀਤੀਆਂ ਜੋ ਕਿ ਬਹੁਤ ਲੋੜੀਂਦੀਆਂ ਸਨ, ਤੇ ਮੈਨੂੰ ਲੱਗਦਾ ਵੀ ਥੋੜਾ ਜਿਹਾ ਪਰਸਪੈਕਟਿਵ ਸਾਡੇ ਲੋਕਾਂ ਦਾ ਹੋਰ ਖੁੱਲ ਸਕਿਆ ਹੈ ਤੇ ਹੋਰ ਬਣ ਸਕਿਆ ਹੈ। ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ।